ਜਿਹੜੀ ਸਾਜ਼ਿਸ਼ ਹੈ ਉਹਨੂੰ ਤੁਸੀਂ ਕਿਹਾ ਵੀ ਡੇਰਾ ਪ੍ਰੇਮੀਆਂ ਦੇ ਤਹਿਤ ਉਹਨਾਂ ਨੇ ਕੀਤੀ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਡੇਰਾ ਪ੍ਰੇਮੀਆਂ ਨੇ ਕਰਾਈਆਂ ਸੀ, ਇਹਦੇ ਉੱਤੇ ਕੋਈ ਤੱਥ ਵੀ ਸਾਹਮਣੇ ਸੀ? ਜਥੇਦਾਰ ਅਕਾਲ ਤਖਤ, ਜਥੇਦਾਰ ਤਲਵੰਡੀ ਸਾਹਿਬ ਅਤੇ ਜਥੇਦਾਰ ਅਨੰਦਪੁਰ ਸਾਹਿਬ, ਇਹਨਾਂ ਤਿੰਨਾਂ ਨੂੰ ਚੀਫ ਮਿਨਿਸਟਰ ਦੇ ਘਰ ਵਿੱਚ ਕੋਠੀ 'ਚ ਬੁਲਾਇਆ ਗਿਆ। ਉੱਥੇ ਇੱਕ ਚਿੱਠੀ ਦਿੱਤੀ ਗਈ ਜਿਹੜੀ ਕਿ ਰਾਮ ਰਹੀਮ ਵੱਲੋਂ ਆਈ ਔਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹ ਅਕਾਲ ਤਖਤ ਤੇ ਜਾ ਕੇ ਇਸ ਚਿੱਠੀ ਦੇ ਬਿਨਾਂ ਤੇ ਉਹਨੂੰ ਮਾਫੀ ਦਿਓ। ਪ੍ਰੈਸ਼ਰ ਬਿਲਡ ਕੀਤਾ ਗਿਆ, ਕਿਹਦੇ ਵੱਲੋਂ ਬਿਲਡ ਕੀਤਾ ਗਿਆ ਪ੍ਰੈਸ਼ਰ? ਸੁਖਬੀਰ ਬਾਦਲ ਨੇ ਬਾਅਦ ਵਿੱਚ ਉਹਨੇ ਕਿਹਾ ਕਿ ਮੇਰੇ ਤੇ ਬਹੁਤ ਪ੍ਰੈਸ਼ਰ ਪਾਇਆ ਕਿ ਮੈਂ ਹੁਣੇ ਹੀ ਮਾਫੀਨਾਮਾ ਇਹਨਾਂ ਨੂੰ ਦੇਣਾ ਹੈ। ਅਰਜੈਂਸੀ ਇਸ ਕਰਕੇ ਸੀਗੀ ਕਿਉਂਕਿ ਫਿਲਮ ਰਿਲੀਜ਼ ਕਰਾਉਣੀ ਸੀ ਔਰ 24 ਨੂੰ ਮਾਫੀਨਾਮਾ ਹੁੰਦਾ, 25 ਨੂੰ ਫਿਲਮ ਰਿਲੀਜ਼ ਹੋ ਗਈ। ਡੀਜੀਪੀ ਸੁਮੇਧ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਉੱਤੇ ਤੁਸੀਂ ਸਵਾਲ ਚੱਕੇ ਨੇਗੇ ਆਪਣੀ ਕਿਤਾਬ ਦੇ, ਉਹਨਾਂ ਦਾ ਕੀ ਰੋਲ ਸੀ? ਉਹਦੇ 'ਚ ਉਹਨਾਂ ਨੂੰ ਕੁਝ ਦੱਸਿਆ ਹੈ ਕਿ ਉਹਨਾਂ ਨੂੰ ਉਠਾਉਣਾ ਜ਼ਰੂਰੀ ਹੈ ਤੇ ਉਹਨਾਂ ਨੇ ਉਹਦੇ ਨਾਲ ਸਹਿਮਤੀ ਭਰੀ। ਉੱਥੇ ਕੋਈ ਕਾਰਨ ਨਹੀਂ ਸੀ ਬਣਦਾ ਉਹਨਾਂ ਨੂੰ ਉਠਾਇਆ ਜਾਵੇ ਉੱਥੋਂ। ਉਹ ਪੀਸਫੁਲੀ ਬੈਠੇ ਸੀ, ਪਾਠ ਕਰ ਰਹੇ ਸੀ। ਸਿਮਿਲਰਲੀ ਬਾਈਬਲ ਗ੍ਰੰਥ ਤੇ ਸਾਰਾ 100-150 ਬੰਦਾ ਸੀ ਔਰ ਡਿੰਕ ਰੋਡ ਤੇ ਬੈਠੇ ਸੀ। 1.5-2 ਸਾਲ ਫਿਰ ਕੋਈ ਐਕਸ਼ਨ ਨਹੀਂ ਲੈਣਾ, ਕਿਉਂ ਜੀ? ਉਹ ਸਾਰਾ ਰਲ ਮਿਲ ਕੇ ਹੀ ਇਹ ਕਾਰਨ ਹੋਇਆ ਹੈ ਡਿਲੇ ਜਿਹੜਾ ਇੰਨਾ ਸਾਲ ਹੋ ਗਿਆ। 7 ਸਾਲ ਇਨਵੈਸਟੀਗੇਸ਼ਨ ਚੱਲਦੀ ਰਹੇ ਕਿਸੇ ਕੇਸ ਦੀ, ਉਹਦੇ 'ਚੋਂ ਕੀ ਨਿਕਲੂਗਾ? ਇਹ ਵੀ ਲੋਕ ਤਾਂ ਆਸ ਕਰ ਰਹੇ ਆ, ਪੋਲੀਟੀਕਲ ਸਿਆਸੀ ਮੁੱਦਾ ਵੀ ਬਹੁਤ ਭਖਿਆ ਹੋਇਆ ਬਣਿਆ ਹੋਇਆ ਹੈ ਚੋਣਾਂ 'ਚ। ਤੁਹਾਨੂੰ ਲੱਗਦਾ ਵੀ ਜਸਟਿਸ ਮਿਲ ਪਾਊਗੀ ਕਿ ਇਸ ਮੁੱਦੇ ਦੇ ਉੱਤੇ, ਬੇਅਦਬੀ ਦੇ ਮੁੱਦੇ ਉੱਤੇ? ਮੈਂ ਤਾਂ ਨਾ ਉਮੀਦ। ਹਰ ਪਾਰਟੀ ਦਾਅਵਾ ਕਰ ਰਹੀ ਹੈ, ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ। ਕਾਂਗਰਸ ਤਾਂ ਕਹਿ ਰਹੀ ਹੈ ਅਗਲੇ 5 ਸਾਲਾਂ 'ਚ ਅਸੀਂ ਕਰ ਦਿਆਂਗੇ, ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੀ ਕਹਿ ਰਹੇ ਅਸੀਂ ਕਰਾਂਗੇ। ਫਾਈਂਡਿੰਗ ਦੇ ਵਿੱਚ ਕਿ ਰਾਮ ਰਹੀਮ ਵੱਡੇ ਬੰਦੇ ਨਹੀਂ ਇਨਵੋਲਡ ਸੀ। ਕੌਣ ਇਨਵੋਲਡ ਸੀ? ਕਦੀ ਉਹਨਾਂ ਨੇ ਦੱਸਿਆ? ਤੇ ਕਿੱਥੋਂ ਐਕਸਪੈਕਟ ਕਰਦੇ ਤੁਸੀਂ ਜਸਟਿਸ ਨੂੰ? ਜੁਡੀਸ਼ਰੀ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਖਾਸ ਕਰਕੇ ਜੋ ਬਲੈਂਕਟ ਬੇਲਾਂ ਦੀ ਗੱਲ ਹੁੰਦੀ ਹੈ, ਤੁਸੀਂ ਉਹਦੇ ਉੱਤੇ ਕਮੈਂਟ ਕੀਤਾ। ਬਲੈਂਕਟ ਬੇਲ ਦਾ ਮਤਲਬ ਹੁੰਦਾ ਵੀ ਕੋਈ ਵੀ ਅਫੈਂਸ ਜਿਹੜੀ ਕਦੀ ਰਜਿਸਟਰ ਹੋਵੇ ਉਹ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਕੱਲ ਨੂੰ ਕਹਾ ਕੇ ਕਤਲ ਕਰਦੇ ਤੇ ਫਿਰ ਉਹਨੂੰ ਅਰੈਸਟ ਨਹੀਂ ਕਰੋਗੇ ਤੁਸੀਂ। ਡੀਜੀਪੀ ਸੈਣੀ ਦੇ ਕੇਸ ਦੇ ਵਿੱਚ ਇੱਕ ਆਰਡਰ ਹੋਇਆ ਕਿ ਜੀ ਉਹਨੂੰ ਮਾਰਚ ਤੱਕ ਤੁਸੀਂ ਸੱਦ ਹੀ ਨਹੀਂ ਸਕਦੇ। ਐਸਾ ਆਰਡਰ ਤੇ ਮੇਰੇ ਹਿਸਾਬ ਨਾਲ ਬਿਯੋਂਡ ਦੀ ਪ੍ਰੀਵਿਊ ਆਫ ਲਾਅ ਹੈ। ਲਾਅ ਦੇ ਮੁਤਾਬਕ ਇਨਵੈਸਟੀਗੇਸ਼ਨ ਸਟੇ ਕਰ ਸਕਦੇ ਹੋ ਤੁਸੀਂ, ਪਰ ਇਨਵੈਸਟੀਗੇਸ਼ਨ ਇਹ ਨਹੀਂ ਕਹਿ ਸਕਦੇ ਕਿ ਇਨਵੈਸਟੀਗੇਸ਼ਨ ਜਾਰੀ ਹੈ ਤੇ ਤੁਸੀਂ ਇੱਕ ਬੰਦੇ ਨੂੰ ਸੱਦ ਨਹੀਂ ਸਕਦੇ ਮਾਰਚ ਤੱਕ ਜਦ ਤੱਕ ਇਲੈਕਸ਼ਨਾਂ ਨਹੀਂ ਹੁੰਦੀਆਂ। ਇਹਦਾ ਕੀ ਲੌਜਿਕ ਸੀ? ਪੁਰਾਣੀ ਵਾਲੀ ਗੱਲ ਇਹ ਹੈ ਕਿ ਕਿਸੇ ਗਵਰਨਮੈਂਟ ਨੇ ਉਸ ਨੂੰ ਚੈਲੰਜ ਨਹੀਂ ਕੀਤਾ। ਜਥੇਦਾਰ ਨੇ ਜਿਹੜੇ ਸਾਰੇ, ਉਹਨਾਂ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਬੇਅਦਬੀ ਦੀ ਘਟਨਾਵਾਂ 'ਚ? ਉਹਨਾਂ ਦਾ ਰੋਲ ਇੱਕ ਬਹੁਤ ਹੀ ਮੰਦਭਾਗਾ ਰਿਹਾ। ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਹੈ। ਕਿਤਾਬ ਦਾ ਨਾਮ ਹੈ ਦ ਸੈਕ੍ਰਿਲੇਜ। ਕਿਤਾਬ ਦੇ ਅੰਦਰ ਕੀ ਤੱਥ ਨੇ, ਕੀ ਸਿੱਟੇ ਨੇ, ਕੀ ਇਹ ਸਾਜ਼ਿਸ਼ ਸੀ, ਸੋਚੀ ਸਮਝੀ ਸਾਜ਼ਿਸ਼ ਸੀ, ਇਹ ਸਾਜ਼ਿਸ਼ ਦੇ ਪਿੱਛੇ ਕੌਣ ਸੀ, ਉਹ ਸਾਰੀਆਂ ਗੱਲਾਂ ਬਾਰੇ ਜਾਣਦੇ ਹਾਂ। ਜਸਟਿਸ ਰਣਜੀਤ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ, ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਦੇ। ਤੁਸੀਂ ਕਿਤਾਬ ਲਿਖੀ ਹੈ, ਤੁਸੀਂ ਉਹ ਕਮਿਸ਼ਨ ਦੇ ਵੀ ਮੈਂਬਰ ਸੀਗੇ ਜਾਂ ਉਹਨੂੰ ਚੇਅਰ ਕੀਤਾ ਸੀਗਾ ਜਿਹਨਾਂ ਰਿਪੋਰਟ ਦਿੱਤੀ ਸੀ ਬੇਅਦਬੀ ਦੀ ਘਟਨਾਵਾਂ ਦੇ ਉੱਤੇ, ਤਾਂ ਕੀ ਤੱਥ ਸਾਹਮਣੇ ਆਏ ਕਿਤਾਬ ਦੇ ਅੰਦਰ? ਕੀ ਨਵੀਆਂ ਚੀਜ਼ਾਂ ਆਈਆਂ ਨੇ? ਬੇਸਿਕਲੀ ਕਿਤਾਬ ਦੇ ਵਿੱਚ ਕੁਝ ਜਿਹੜੇ ਤੱਤ ਉਸ ਵੇਲੇ ਸਾਹਮਣੇ ਨਹੀਂ ਆਏ ਸੀ ਤੇ ਸਬਸੀਕੁਐਂਟ ਇਵੈਂਟਸ ਕੁਝ ਐਸੀਆਂ ਨਜ਼ਰ ਆਈਆਂ ਜਿਹੜੀਆਂ ਪਬਲਿਕ ਡੋਮੇਨ 'ਚ ਅਵੇਲੇਬਲ ਸੀਗੀਆਂ, ਤੇ ਉਹਨਾਂ ਨੂੰ ਵੀ ਇਹਦੇ ਵਿੱਚ ਕਿਤਾਬ ਦੇ ਵਿੱਚ ਲਿਖਿਆ ਗਿਆ ਹੈ। ਬੇਸਿਕਲੀ ਇਟਸ ਐਨ ਐਲੈਬੋਰੇਸ਼ਨ ਆਫ ਦੀ ਅਰਲੀਅਰ ਜਿਹੜੀ ਇਨਕੁਆਇਰੀ ਕੀਤੀ ਸੀਗੀ, ਤੇ ਉਹਨੂੰ ਹੋਰ ਖੁੱਲ੍ਹ ਕੇ ਜਿਹੜੀਆਂ ਕੁਝ ਗੱਲਾਂ ਜਿਹੜੀਆਂ ਇਨਕੁਆਇਰੀ ਕਮਿਸ਼ਨ ਦੇ ਵਿੱਚ ਨਹੀਂ ਕਹੀਆਂ ਜਾ ਸਕਦੀਆਂ ਸੀ ਕਿਉਂਕਿ ਉਹ ਸੀਮਤ ਹੁੰਦੀ ਹੈ ਐਵੀਡੈਂਸ ਦੇ ਉੱਤੇ। ਇੱਥੇ ਜਿਹੜੀਆਂ ਹੋਰ ਵੀ ਗੱਲਾਂ ਖੁੱਲ੍ਹ ਕੇ ਉਹਨਾਂ ਨੂੰ ਐਨਾਲਾਈਜ਼ ਕੀਤਾ ਜਾ ਸਕਦਾ, ਇਸ ਕਰਕੇ ਇਹ ਕਿਤਾਬ ਲਿਖੀ ਸੀ। ਸਰ ਕਿਹੜੀਆਂ ਗੱਲਾਂ ਹੋਣਗੀਆਂ, ਥੋੜਾ ਚਾਨਣ ਪਾ ਸਕਦੇ ਹੋ? ਕਿਹੜੀਆਂ ਗੱਲਾਂ ਜਿਹੜੀਆਂ ਇਨਕੁਆਇਰੀ 'ਚ ਨਹੀਂ ਸੀਗੀਆਂ ਤੇ ਕਿਤਾਬ 'ਚ ਤੁਸੀਂ ਸ਼ਾਮਿਲ ਕੀਤੀਆਂ ਨੇ? ਕੋਈ ਇੱਕ ਤੇ ਜਿਹੜਾ ਬਹੁਤ ਐਲੈਬੋਰੇਟਲੀ ਮੈਂ ਦੱਸਿਆ ਕਿ ਪਾਰਡਨ ਜਿਹੜਾ ਅਰੇਂਜ ਕੀਤਾ ਗਿਆ ਸੀ ਰਾਮ ਰਹੀਮ ਵਾਸਤੇ, ਉਹ ਕਿਸ ਤਰ੍ਹਾਂ ਹੋਇਆ, ਉਹਦੀ ਸਾਰੀ ਜਿਹੜੀ ਬੈਕਗਰਾਊਂਡ ਹੈ ਉਹਨੂੰ ਸਾਰੇ ਨੂੰ ਮੈਂ ਸਪਸ਼ਟ ਕੀਤਾ ਹੈ ਇਸ ਕਿਤਾਬ ਦੇ ਵਿੱਚ। ਉਹ ਕਿਸ ਤਰ੍ਹਾਂ ਬੁਲਾਇਆ ਗਿਆ ਜਥੇਦਾਰਾਂ ਨੂੰ, ਕਿਸ ਤਰ੍ਹਾਂ ਜਥੇਦਾਰਾਂ ਨੂੰ ਮੈਨੇਜ ਕੀਤਾ ਗਿਆ, ਉਹ ਸਾਰੀਆਂ ਜਿਹੜੀਆਂ ਖੁੱਲ੍ਹ ਕੇ ਮੈਂ ਇਸ ਕਿਤਾਬ 'ਚ ਲਿਖੀਆਂ, ਜਿਹੜੀਆਂ ਕਿ ਇਨਕੁਆਇਰੀ ਕਮਿਸ਼ਨ 'ਚ ਆ ਨਹੀਂ ਸੀ ਸਕੀਆਂ ਕਿਉਂਕਿ ਉੱਥੇ ਐਵੀਡੈਂਸ ਕੋਈ ਇਹੋ ਜਿਹੀ ਨਹੀਂ ਆਈ ਸੀ। ਤਾਂ ਹੁਣ ਪਬਲਿਕ ਡੋਮੇਨ 'ਚ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਐਨਾਲਾਈਜ਼ ਕਰਕੇ ਉਹ ਲਿਖਿਆ। ਪਲੱਸ ਕੁਛ ਉਸ ਤੋਂ ਬਾਅਦ ਇਹਦੇ ਤੇ ਕੋਈ ਇਨਕੁਆਇਰੀ ਕਮਿਸ਼ਨ ਰਿਪੋਰਟ ਚੈਲੰਜ ਹੋਈ, ਕੁਛ ਹਾਈ ਕੋਰਟ ਵਿੱਚ ਚੈਲੰਜ ਕੀਤੀਆਂ ਗਈਆਂ,
ਕੁਝ ਹਾਈ ਕੋਰਟ ਦੇ ਆਰਡਰਸ ਹੋਏ, ਉਹਨਾਂ ਤੇ ਮੈਂ ਕੋਈ ਟਿੱਪਣੀ ਕੀਤੀ ਹੈ ਕਿ ਉਹ ਠੀਕ ਨੇ ਜਾਂ ਨਹੀਂ ਨੇ। ਹਾਂਜੀ, ਫਿਰ ਹੋਰ ਮੈਂ ਉਹਨੂੰ ਜਿਹੜਾ ਪੁਲਿਸ ਐਕਸ਼ਨ ਹੈ ਜਾਂ ਜਿਹੜੇ ਆਪਣਾ ਇੰਸੀਡੈਂਟ ਨੇ ਆਪਣਾ ਸੈਕਰੇਲੇਜ ਦੇ, ਉਹਨਾਂ ਨੂੰ ਹੋਰ ਵਰਣਨ ਕਰਕੇ ਉਹਨਾਂ ਦਾ ਉਹ ਸਾਰਾ ਐਨਾਲਾਈਜ਼ ਕੀਤਾ ਹੈ। ਤੇ ਇਹ ਕਿਤਾਬ 'ਚ ਜਿਹੜੀ ਸਾਜ਼ਿਸ਼ ਹੈ ਉਹਨੂੰ ਤੁਸੀਂ ਕਿਹਾ ਵੀ ਡੇਰਾ ਪ੍ਰੇਮੀਆਂ ਦੇ ਤਹਿਤ ਉਹਨਾਂ ਨੇ ਕੀਤੀ ਸੀਗੀ, ਬੇਅਦਬੀ ਦੀਆਂ ਘਟਨਾਵਾਂ ਹੋਈਆਂ ਡੇਰਾ ਪ੍ਰੇਮੀਆਂ ਨੇ ਕਰਾਈਆਂ ਸੀ, ਇਹਦੇ ਉੱਤੇ ਕੋਈ ਤੱਥ ਵੀ ਸਾਹਮਣੇ ਸੀਗੇ? ਹਾਂਜੀ, ਬਿਲਕੁਲ ਤੱਥ ਸਾਹਮਣੇ ਸੀਗੇ ਜੀ। ਤੱਥ ਤਾਂ ਬੜੇ ਐਪਰੈਂਟ ਸੀਗੇ। ਈਵਨ ਜਦੋਂ ਇਨਕੁਆਇਰੀ ਵਾਸਤੇ ਮੇਰੀ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵੀ ਮੇਰੀ ਜਿਹੜੀ ਇੰਡੀਕੇਸ਼ਨ ਹੈ ਜਾਂ ਫਾਈਂਡਿੰਗ ਹੈ ਉਹ ਹੈ ਕਿ ਡੇਰਾ ਪ੍ਰੇਮੀ ਉਹਦੇ ਵਾਸਤੇ ਰਿਸਪੌਂਸਿਬਲ ਸੀਗੇ। ਐਂਡ ਹੁਣ ਤਾਂ ਮੈਂ ਜੋ ਕੁਝ ਵੀ ਤੱਥ ਇਸ ਬਾਰੇ ਸੀਗੇ ਜਾਂ ਇਨਕੁਆਇਰੀ 'ਚ ਸੀ ਜਾਂ ਸਬਸੀਕੁਐਂਟਲੀ ਮੇਰੇ ਨਜ਼ਰ 'ਚ ਆਏ ਨੇ, ਉਹਨਾਂ ਦੇ ਬੇਸਿਸ ਤੇ ਮੇਰਾ ਕਨਕਲੂਜਨ ਇਹੀ ਹੈ ਕਿ ਡੇਰਾ ਪ੍ਰੇਮੀਆਂ ਨੇ ਇੱਕ ਮੀਨਿੰਗ ਦੀ ਸਾਜ਼ਿਸ਼ ਕੀਤੀ ਸੀ। ਉਹਦਾ ਕਾਰਨ ਇਹ ਸੀ ਕਿ ਉਹ ਜਿਹੜੀ MSG ਫਿਲਮ ਜਿਹੜੀ ਸੀ ਪੰਜਾਬ 'ਚ ਰਿਲੀਜ਼ ਨਹੀਂ ਸੀ ਹੁੰਦੀ, ਉਹਨੂੰ ਰਿਲੀਜ਼ ਕਰਾਉਣਾ ਚਾਹੁੰਦੇ ਸੀ ਉਹ, ਤੇ ਇਸ ਕਰਕੇ ਸਾਰੀ ਮਾਫੀਨਾਮਾ ਅਰੇਂਜ ਹੋਇਆ। ਮਾਫੀਨਾਮੇ ਤੋਂ ਬਾਅਦ ਫਿਰ ਸਿੱਖ ਸੰਗਤਾਂ ਭੜਕੀਆਂ, ਫਿਰ ਐਜੀਟੇਸ਼ਨਸ ਹੋਈਆਂ, ਫਿਰ ਮਾਫੀਨਾਮਾ ਵਿਡਰਾ ਹੋਇਆ, ਫਿਰ ਉਹ ਸਾਰੀਆਂ ਗੱਲਾਂ ਹੋਈਆਂ। ਮਤਲਬ ਇਹ ਜਿਹੜਾ ਨਾ ਸਕ੍ਰਿਲੇਜ ਦਾ ਬੈਕਗਰਾਊਂਡ ਉਹੀ ਹੈ ਕਿ ਉਹ ਜਿਹੜਾ ਰਾਮ ਰਹੀਮ ਦੀ ਜਿਹੜਾ ਰੋਲ ਸੀ। ਮਾਫੀਨਾਮਾ ਅਰੇਂਜ ਕਿਵੇਂ ਹੋਇਆ, ਉਹਦੀ ਕੀ ਕਹਾਣੀ ਹੈ, ਉਹ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾਗਾ, ਉਹਦੇ ਤੇ ਚਾਨਣ ਪਾਇਓ। ਇਸ ਤਰ੍ਹਾਂ ਜੀ ਕਿ ਇਹ 2007 ਵਿੱਚ ਇੰਸੀਡੈਂਟ ਹੋਇਆ ਸੀ ਜਿਹਦੇ ਕਰਕੇ ਉਹਨੂੰ ਬਾਈਕਾਟ ਸਿੱਖ ਸੰਗਤ ਨੇ, ਅਕਾਲ ਤਖਤ ਨੇ ਉਹਦਾ ਹੁਕਮਨਾਮਾ ਜਾਰੀ ਕੀਤਾ ਸੀ ਕਿ ਰਾਮ ਰਹੀਮ ਨੂੰ ਬਾਈਕਾਟ ਕੀਤਾ ਜਾਵੇ। ਉਹ ਜਾ ਕੇ ਉਸ ਤੇ ਫਿਰ FIR ਵੀ ਹੋਈਆਂ, ਐਜੀਟੇਸ਼ਨ ਵੀ ਕਾਫੀ ਹੋਈ। ਇਹ 2015 ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਣੀ ਸੀ MSG1 ਫੈਬਰਵਰੀ 'ਚ, ਉਹ ਬਾਕੀ ਸਾਰੀ ਸਟੇਟ ਤੇ ਰਿਲੀਜ਼ ਹੋ ਗਈ, ਸਟੇਟਾਂ 'ਚ ਰਿਲੀਜ਼ ਹੋ ਗਈ, ਬਟ ਪੰਜਾਬ ਵਿੱਚ ਨਹੀਂ ਹੋ ਸਕੀ ਬਿਕੋਜ਼ ਆਫ ਸਿੱਖ ਐਜੀਟੇਸ਼ਨ। ਤੋ ਦੂਸਰੀ ਫਿਲਮ ਜਿਹੜੀ ਉਹਨਾਂ ਨੇ ਬਣਾਈ ਰਾਮ ਰਹੀਮ ਨੇ, ਉਹ ਰਿਲੀਜ਼ ਹੋਣੀ ਸੀ ਸੈਪਟੈਂਬਰ 'ਚ। 18 ਸਤੰਬਰ ਨੂੰ ਸਾਰੀ ਜਗ੍ਹਾ ਤੇ ਰਿਲੀਜ਼ ਹੋਈ ਤੇ ਪੰਜਾਬ ਦੇ ਵਿੱਚ ਫਿਰ ਐਜੀਟੇਸ਼ਨ ਹੋਈ ਕਿ ਸਾਡੀ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ। ਪੋਸਟਰ ਵੀ ਲੱਗੇ ਕਿ ਅਸੀਂ ਗ੍ਰੰਥ ਸਾਹਿਬ ਸਾਡੇ ਕੋਲ ਹੈ, ਅਸੀਂ ਉਹਨੂੰ ਖੇਰੂ ਖੇਰੂ ਖਿਲਾਰ ਦਿਆਂਗੇ। ਤੋ ਉਸ ਬੈਕਗਰਾਊਂਡ ਦੇ ਵਿੱਚ 16 ਸਤੰਬਰ ਨੂੰ ਜਥੇਦਾਰ ਅਕਾਲ ਤਖਤ, ਜਥੇਦਾਰ ਤਲਵੰਡੀ ਸਾਬੋ ਤੇ ਜਥੇਦਾਰ ਅਨੰਦਪੁਰ ਸਾਹਿਬ, ਇਹਨਾਂ ਤਿੰਨਾਂ ਨੂੰ ਚੀਫ ਮਿਨਿਸਟਰ ਦੇ ਘਰ ਦੇ ਵਿੱਚ ਕੋਠੀ 'ਚ ਬੁਲਾਇਆ ਗਿਆ। ਉੱਥੇ ਇੱਕ ਚਿੱਠੀ ਦਿੱਤੀ ਗਈ ਜਿਹੜੀ ਕਿ ਰਾਮ ਰਹੀਮ ਵੱਲੋਂ ਆਈ ਸਮਝੀ ਜਾਂਦੀ ਸੀ, ਕਹੀ ਗਈ, ਔਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹ ਅਕਾਲ ਤਖਤ ਤੇ ਜਾ ਕੇ ਇਸ ਚਿੱਠੀ ਦੇ ਬਿਨਾਂ ਤੇ ਉਹਨੂੰ ਮਾਫੀ ਦਿਓ। ਤਾਂ ਉਸ ਬੇਸਿਸ ਤੇ ਉਹ ਸਾਰਾ ਜਿਹੜਾ ਇਸ ਦਾ ਵਾਹ ਵਿਵਾਦ ਹੈ, ਮੈਂ ਸਾਰਾ ਆਪਣੀ ਕਿਤਾਬ 'ਚ ਲਿਖਿਆ ਹੈ ਕਿਸ ਤਰ੍ਹਾਂ ਪ੍ਰੈਸ਼ਰਾਈਜ਼ ਕੀਤਾ ਗਿਆ ਜਥੇਦਾਰਾਂ ਨੂੰ ਇਹ ਮਾਫੀ ਦੇਣ ਵਾਸਤੇ। ਤੇ 24 ਸਤੰਬਰ ਨੂੰ ਫਿਰ ਮਾਫੀ ਹੁੰਦੀ ਹੈ। 24 ਸਤੰਬਰ ਨੂੰ ਹੀ ਪੋਸਟਰ ਲੱਗ ਜਾਂਦੇ ਨੇ ਜਿਹੜੇ ਵੀ ਅਸੀਂ ਖਿਲਾਰ ਦਿਆਂਗੇ, ਅੰਗ ਖਿਲਾਰ ਦਿਆਂਗੇ। ਔਰ ਜਦੋਂ ਐਜੀਟੇਸ਼ਨ ਹੁੰਦੀ ਹੈ ਫਿਰ 12 ਅਕਤੂਬਰ ਨੂੰ ਉਹ ਅੰਗ ਵੀ ਖਿਲਾਰੇ ਜਾਂਦੇ ਨੇ ਬਰਗਾੜੀ ਦੇ ਵਿੱਚ, ਤੇ 16 ਅਕਤੂਬਰ ਨੂੰ ਫਿਰ ਉਹ ਮਾਫੀ ਵਿਡਰਾ ਹੋ ਜਾਂਦੀ ਕਿਉਂਕਿ ਐਜੀਟੇਸ਼ਨ ਬਹੁਤ ਜ਼ਿਆਦਾ ਮਾਹੌਲ ਖਰਾਬ ਹੋ ਗਿਆ ਸੀ। ਤਾਂ ਇਹ ਸਾਰਾ ਰਿਲੇਟਡ ਜੋ ਵੀ ਜਿਸ ਹਿਸਾਬ ਨਾਲ ਅਕਾਲ ਤਖਤ ਦੇ ਜਥੇਦਾਰਾਂ ਨੂੰ ਬੁਲਾਇਆ ਗਿਆ, ਕਿਸ ਤਰ੍ਹਾਂ ਉਹਨਾਂ ਨੂੰ ਫੋਰਸ ਕੀਤਾ ਗਿਆ, ਸਾਰਾ ਕਿਹਨੇ ਬਿਲਡ ਕੀਤਾ ਸੀ, ਪ੍ਰੈਸ਼ਰ ਬਿਲਡ ਕੀਤਾ ਗਿਆ, ਕਿਹਦੇ ਵੱਲੋਂ ਬਿਲਡ ਕੀਤਾ ਗਿਆ ਸੀ ਪ੍ਰੈਸ਼ਰ? ਜੋ ਗਿਆਨੀ ਗੁਰਮੁਖ ਸਿੰਘ ਨੇ ਜੋ ਪੂਰਾ ਆਪਣਾ ਵਿਸਥਾਰ ਨਾਲ ਇਹਦੇ ਬਾਰੇ ਕਿਹਾ ਹੈ, ਉਹ ਤੇ ਘਰ ਦੇ ਵਿੱਚ ਤਾਂ ਆਪਣਾ ਚੀਫ ਮਿਨਿਸਟਰ ਸਾਹਿਬ ਉਸ ਵੇਲੇ ਦੇ ਜਿਹੜੇ ਸੀ ਉਹਨਾਂ ਨੇ ਵੀ ਕਿਹਾ, ਬਟ ਸੁਖਬੀਰ ਬਾਦਲ ਨੇ ਬਾਅਦ ਵਿੱਚ ਉਹਨੇ ਕਿਹਾ ਕਿ ਮੇਰੇ ਤੇ ਬਹੁਤ ਪ੍ਰੈਸ਼ਰ ਪਾਇਆ ਕਿ ਮੈਂ ਹੁਣੇ ਹੀ ਮਾਫੀਨਾਮਾ ਇਹਨਾਂ ਨੂੰ ਦੇਣਾ ਹੈ। ਅਰਜੈਂਸੀ ਇਸ ਕਰਕੇ ਸੀਗੀ ਕਿਉਂਕਿ ਫਿਲਮ ਰਿਲੀਜ਼ ਕਰਾਉਣੀ ਸੀ ਔਰ 24 ਨੂੰ ਮਾਫੀਨਾਮਾ ਹੁੰਦਾ, 25 ਨੂੰ ਫਿਲਮ ਰਿਲੀਜ਼ ਹੋ ਜਾਂਦੀ ਹੈ। ਜਦੋਂ ਇਹ ਸਾਰੀਆਂ ਗੱਲਾਂ ਆਈਆਂ ਤੇ ਇਸ ਤੋਂ ਇਲਾਵਾ ਫਿਰ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਤੇ ਸਿੱਖ ਸੈਂਟੀਮੈਂਟ ਹੋਰ ਜ਼ਿਆਦਾ ਭੜਕ ਜਾਂਦਾ, ਫਿਰ ਆਉਂਦੀ ਹੈ ਗੋਲੀ ਚੱਲਣ ਦੀ ਗੱਲ। ਇਹਦੇ 'ਚ DGP ਸੁਮੇਧ ਸਿੰਘ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਉੱਤੇ ਤੁਸੀਂ ਸਵਾਲ ਚੱਕੇ ਨੇਗੇ ਆਪਣੀ ਕਿਤਾਬ ਦੇ ਅੰਦਰ, ਉਹਨਾਂ ਦਾ ਕੀ ਰੋਲ ਸੀ? ਕੀ ਲੱਗਦਾ ਤੁਹਾਨੂੰ ਆਪਣੀ ਬੁੱਕ 'ਚ ਕੀ ਨਵੇਂ ਤੱਥ ਰੱਖੇ ਗਏ? 12 ਅਕਤੂਬਰ ਨੂੰ ਜਿਸ ਤਰ੍ਹਾਂ ਮੈਂ ਦੱਸਿਆ ਨਾ ਜੀ ਕਿ ਉਹ ਅੰਗ ਖਿਲਾਰੇ ਗਏ ਸੀ, ਫਿਰ ਉੱਥੇ ਲੋਕੀ ਬਹੁਤ ਜਨਤਾ ਬਰਗਾੜੀ ਵਿੱਚ ਇਕੱਠੀ ਹੋ ਗਈ ਸੀ, ਸਿੱਖ ਸੰਗਤ ਬਹੁਤ ਇਕੱਠੀ ਹੋਈ। ਉੱਥੇ ਫੈਸਲਾ ਕੀਤਾ ਗਿਆ ਕਿ ਜੇ ਅਸੀਂ ਹੁਣ ਇਸ ਹਿਸਾਬ ਤੇ ਇਸ ਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਤੇ ਅਸੀਂ ਧਰਨਾ ਦੇਾਂਗੇ। ਉਹ ਫਿਰ ਕੋਟਕਪੂਰਾ ਚੌਂਕ 'ਚ ਆ ਕੇ 13 ਤਰੀਕ ਨੂੰ ਬੈਠ ਗਏ ਸੀ। ਤੇ ਪਹਿਲਾਂ ਉਹਨਾਂ ਨਾਲ ਗੱਲਬਾਤ ਨੈਗੋਸ਼ੀਏਸ਼ਨ ਪੁਲਿਸ ਦੀ ਹੋਈ, ਉਹ ਮੰਨ ਵੀ ਗਏ ਇੱਕ ਵਾਰੀ ਉੱਠਣ ਲਈ ਉੱਥੋਂ, ਬਟ ਉਹਨਾਂ ਨੂੰ ਜਦੋਂ ਫਿਰ ਥਾਣੇ ਤੋਂ ਛੱਡਿਆ ਗਿਆ ਉਹ ਫਿਰ ਆ ਕੇ ਉੱਥੇ ਬੈਠ ਗਏ। ਤੇ 14 ਤਰੀਕ 13-14 ਦੀ ਰਾਤ ਨੂੰ ਉਹ ਫਿਰ ਇੱਕ ਵਾਰ ਉਹਨਾਂ ਦਾ ਸਮਝੌਤਾ ਹੋ ਗਿਆ ਪੁਲਿਸ ਨਾਲ ਔਰ ਉੱਥੋਂ ਉੱਠਣ ਲਈ ਤਿਆਰ ਹੋ ਗਏ। ਪਰ ਫਿਰ
ਕਿਸੇ ਵਜ੍ਹਾ ਕਰਕੇ ਉਹਨਾਂ ਦਾ ਵਾਦ ਵਿਵਾਦ ਹੋਇਆ ਤੇ ਉਹਨਾਂ ਨੇ ਕਿਹਾ ਜੀ ਹੁਣ ਅਸੀਂ ਨਹੀਂ ਇੱਥੋਂ ਉੱਠਣਾ, ਅਸੀਂ ਉਹ ਉਹਨਾਂ ਨੇ ਪਾਠ ਸ਼ੁਰੂ ਕਰ ਦਿੱਤਾ। ਉਸ ਰਾਤ ਨੂੰ 13-14 ਦੀ ਰਾਤ ਨੂੰ 2 ਵਜੇ ਚੀਫ ਮਿਨਿਸਟਰ ਔਰ ਡੀਜੀਪੀ ਸੁਮੇਧ ਸੈਣੀ ਦੀ ਕਨਵਰਸੇਸ਼ਨ ਹੁੰਦੀ ਟੈਲੀਫੋਨ ਤੇ, ਜੋ ਕਿ ਉਹਨਾਂ ਨੇ ਆਪਣੀ ਚਿੱਠੀ ਲਿਖ ਕੇ ਮੈਨੂੰ ਦੱਸੀ ਹੈ। ਉਹਨਾਂ ਨੇ ਕਿਹਾ ਸੀ ਕਿ ਮੈਨੂੰ ਚੀਫ ਮਿਨਿਸਟਰ ਨੇ ਫੋਨ ਕਰਕੇ ਪੁੱਛਿਆ ਕਿ ਉੱਥੇ ਕੀ ਹਾਲਾਤ ਨੇ ਔਰ ਤੁਸੀਂ ਕੀ ਕਰ ਰਹੇ ਹੋ। ਇਸ ਤੋਂ ਅੱਗੇ ਉਹ ਨਹੀਂ ਦੱਸਦੇ ਕਿ ਕੀ ਮੈਂ ਉਹਨਾਂ ਨੂੰ ਦੱਸਿਆ। ਚੀਫ ਮਿਨਿਸਟਰ ਸਾਹਿਬ ਨੇ ਬਾਈਕਾਟ ਕੀਤਾ ਸੀ ਕਮਿਸ਼ਨ, ਉਹਨਾਂ ਨੇ ਆ ਕੇ ਆਪਣਾ ਵਰਸ਼ਨ ਨਹੀਂ ਦਿੱਤਾ। ਫਿਰ ਡਿਪਟੀ ਕਮਿਸ਼ਨਰ ਜਿਹੜੇ ਉਸ ਵੇਲੇ ਦੇ ਸੀਗੇ ਫਰੀਦਕੋਟ ਦੇ, ਉਹਨਾਂ ਦੀ ਕਨਵਰਸੇਸ਼ਨ ਹੁੰਦੀ ਹੈ ਡੀਜੀਪੀ ਨਾਲ ਚੀਫ ਮਿਨਿਸਟਰ ਦੇ ਕਹਿਣ ਤੇ। ਚੀਫ ਮਿਨਿਸਟਰ ਨੇ ਕਿਹਾ ਉਹਨਾਂ ਨੂੰ ਕਿ ਡੀਜੀਪੀ ਨਾਲ ਗੱਲ ਕਰੋ, ਕਿਉਂਕਿ ਪਹਿਲਾਂ ਉਹਨਾਂ ਨੂੰ ਕਹਿ ਚੁੱਕੇ ਸੀ ਕਿ ਉਹਨਾਂ ਨੂੰ ਬੈਠੇ ਰਹਿਣ ਦਿਓ, ਉੱਥੇ ਕੋਈ ਉਠਾਉਣ ਦੀ ਲੋੜ ਨਹੀਂ। ਫਿਰ ਜਦੋਂ ਡੀਜੀਪੀ ਨਾਲ ਗੱਲ ਹੋਈ ਤੇ ਡੀਜੀਪੀ ਨੇ ਡੀਸੀ ਨੂੰ ਕਿਹਾ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੈਂ 10 ਮਿੰਟ ਸ਼ਹਿਰ ਖਾਲੀ ਕਰਾ ਦੂੰਗਾ ਤੇ ਤੁਹਾਡੇ ਹੱਥ 'ਚ ਕੁੰਜੀਆਂ ਫੜਾ ਦੂੰਗਾ, ਇਹ ਉਹਨਾਂ ਨੇ ਕਿਹਾ ਡੀਸੀ ਨੂੰ। ਔਰ ਉਸ ਤੋਂ ਬਾਅਦ ਫਿਰ ਪ੍ਰੋਲੋਂਗਡ ਕਨਵਰਸੇਸ਼ਨ ਹੈ ਬਿਟਵੀਨ ਡੀਜੀਪੀ ਐਂਡ ਉਮਰਾ ਨੰਗਲ, ਜਿਹੜਾ ਉੱਥੇ ਇੰਚਾਰਜ ਸੀਗਾ, ਤੇ ਹੋਰ ਜਿਹੜੇ ਪੁਲਿਸ ਆਫਸਰ ਸੀਗੇ। ਫਿਰ ਉਹ ਸਵੇਰੇ 6:45 ਵਜੇ ਦੇ ਕਰੀਬ ਉੱਥੇ ਪੁਲਿਸ ਨੇ ਐਕਸ਼ਨ ਲਿਆ, ਗੋਲੀ ਚੱਲੀ, ਇੱਕ ਬੰਦਾ ਜ਼ਖਮੀ ਹੋਇਆ। ਔਰ ਇਹ ਜਿਹੜਾ ਸਾਰਾ ਸਿਲਸਿਲਾ ਹੈ, ਇਹਦੇ ਨਾਲ ਜਿਹੜੀ ਇਨਵੋਲਵਮੈਂਟ ਸਾਬਤ ਹੁੰਦੀ ਹੈ ਕਿ ਪਹਿਲਾਂ ਜਦੋਂ ਇੱਕ ਕਿਹਾ ਗਿਆ ਸੀ ਕਿ ਜੀ ਅਸੀਂ ਕੁਝ ਨਹੀਂ ਐਕਸ਼ਨ ਲੈਣਾ, ਉਹਨਾਂ ਨੂੰ ਬੈਠੇ ਰਹਿਣ ਦਿਓ, ਫਿਰ ਜਦੋਂ ਚੇਂਜ ਕਿਹਾ ਗਿਆ ਕਿ ਡੀਜੀਪੀ ਨਾਲ ਗੱਲ ਕਰੋ, ਇਹਦਾ ਮਤਲਬ ਇਹ ਹੈ ਕਿ ਜੋ ਕਨਵਰਸੇਸ਼ਨ ਚੀਫ ਮਿਨਿਸਟਰ ਸਾਹਿਬ ਦੀ ਜਾਂ ਡੀਜੀਪੀ ਦੀ ਹੋਈ, ਉਹਦੇ 'ਚ ਉਹਨਾਂ ਨੂੰ ਕੁਝ ਦੱਸਿਆ ਹੈ ਕਿ ਉਹਨਾਂ ਨੂੰ ਉਠਾਉਣਾ ਜ਼ਰੂਰੀ ਹੈ, ਤੇ ਉਹਨਾਂ ਨੇ ਉਹਦੇ ਨਾਲ ਸਹਿਮਤੀ ਭਰੀ। ਹਾਂ, ਇਸ ਕਰਕੇ ਫਿਰ ਅਲਟੀਮੇਟਲੀ ਲੀਡਿੰਗ ਟੂ ਫਾਇਰਿੰਗ ਐਂਡ ਇੰਜਰੀਜ਼ ਟੂ ਪਰਸਨ। 2 ਘੰਟੇ ਬਾਅਦ ਜਾ ਕੇ ਬਹਿਬਲ ਕਲਾਂ 'ਚ ਗੋਲੀ ਚੱਲਦੀ ਹੈ ਤੇ ਉੱਥੇ 2 ਬੰਦੇ ਮਰ ਜਾਂਦੇ ਨੇ, ਹੋਰ ਕਈ ਜ਼ਖਮੀ ਹੁੰਦੇ ਨੇ, ਬੜੇ ਸੀਰੀਅਸਲੀ ਜ਼ਖਮੀ ਹੁੰਦੇ ਨੇ। ਉੱਥੇ ਇੱਕ ਜਿਹੜਾ ਇੰਜਰਡ ਵਿਟਨੈਸ ਹੈ, ਉਹਨੇ ਸਾਰਿਆਂ ਦੇ ਨਾਂ ਲਏ ਨੇ, ਜਿਹਨਾਂ ਨੇ ਗੋਲੀ ਚਲਾਈ ਤੇ ਜਿਹਨਾਂ ਨੇ ਗੋਲੀ ਮਾਰੀ। ਡੀਜੀਪੀ ਸੁਮੇਧ ਸੈਣੀ ਤੇ ਉਮਰਾ ਨੰਗਲ ਦੀ ਕੋਈ ਕਨਵਰਸੇਸ਼ਨ ਤੇ ਨਿਕਲ ਕੇ ਆਈ? ਕੀ ਕਨਵਰਸੇਸ਼ਨ ਹੋਈ, ਕੀ ਗੱਲਾਂ ਉਹਨਾਂ ਨੇ ਕਹੀਆਂ, ਤੇ ਉਹ ਉੱਥੇ ਕਿਵੇਂ ਪਹੁੰਚਦੇ ਨੇ ਮੌਕੇ ਤੇ? ਦੇਖੋ, ਉਮਰਾ ਨੰਗਲ ਹੋਰਾਂ ਨੂੰ ਤਾਂ ਸਪੈਸ਼ਲੀ ਡੀਜੀਪੀ ਨੇ ਭੇਜਿਆ ਸੀ ਉੱਥੇ। ਉਹ ਉਸ ਵੇਲੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਨ। ਉਹ ਉਹਨਾਂ ਦਾ ਉੱਥੇ ਕੋਈ ਰੋਲ ਨਹੀਂ ਸੀ, ਉਹਨਾਂ ਦੀ ਕੋਈ ਚਾਰਜ ਨਹੀਂ ਸੀ ਉੱਥੇ ਉਹਨਾਂ ਨੂੰ ਬਠਿੰਡਾ ਜ਼ੋਨ ਦੇ ਵਿੱਚ। ਹਾਂ, ਕਨਵਰਸੇਸ਼ਨ ਦੇ ਬਹੁਤ ਪ੍ਰੋਲੋਂਗਡ ਕਨਵਰਸੇਸ਼ਨ ਉਹਨਾਂ ਦੀ ਸਵੇਰੇ ਜਿਹੜੀ ਹੈਗੀ ਆ, ਉਸ ਪੂਰਾ ਟੈਲੀਫੋਨ ਰਿਕਾਰਡ ਸਾਡੇ ਕੋਲ ਹੈਗਾ, ਪਰ ਕਨਵਰਸੇਸ਼ਨ ਕੀ ਸੀ ਉਹ ਨਹੀਂ। ਓਬਵੀਅਸਲੀ ਕਨਵਰਸੇਸ਼ਨ, ਜਦੋਂ ਕਨਵਰਸੇਸ਼ਨ ਦੇ ਕਨਸੀਕੁਐਂਸਸ ਦੇਖੀ ਜਾਏ ਤਾਂ ਉਹ ਇਹੀ ਸੀ ਕਿ ਉਹਨਾਂ ਨੂੰ ਉਠਾਇਆ ਜਾਏ ਇੱਥੋਂ। ਤੇ ਉਠਾਉਣ ਲਈ ਜਦੋਂ ਯਤਨ ਕੀਤਾ ਗਿਆ, ਉਦੋਂ ਉਹ ਜਿਹੜਾ ਪਾਣੀ ਦੀਆਂ ਬੁਛਾਰਾਂ ਹੋਈਆਂ, ਲਾਠੀ ਚਾਰਜ ਹੋਇਆ, ਤੇ ਅਲਟੀਮੇਟਲੀ ਸਿਚੁਏਸ਼ਨ ਜਦੋਂ ਕੰਟਰੋਲ ਨਾ ਹੁੰਦੀ ਹੋਈ ਤੇ ਉਹਨਾਂ ਨੇ ਉੱਥੇ ਗੋਲੀ ਚਲਾਈ ਹੈ। ਤਾਂ ਇਹ ਸਾਰੇ ਕਨਸੀਕੁਐਂਸਸ ਦੇ ਰਿਸਪੌਂਸਿਬਿਲਿਟੀ ਤੇ ਬਣਦੀ ਹੈ ਨਾ ਜੀ ਉਸ ਐਡਮਿਨਿਸਟ੍ਰੇਸ਼ਨ ਦੀ, ਪੁਲਿਸ ਦੀ, ਜਾਂ ਜਿਹੜੀ ਵੀ ਉਸ ਵੇਲੇ ਦੀ ਐਡਮਿਨਿਸਟ੍ਰੇਸ਼ਨ ਇੰਚਾਰਜ ਸੀ। ਪਰ ਹਜੇ ਵੀ ਉਹ ਚੀਜ਼ ਨਹੀਂ ਸਾਹਮਣੇ ਆ ਪਾ ਰਹੀ ਜੋ ਡੀਜੀਪੀ ਤੇ ਸੀਐਮ ਤੇ ਡਿਪਟੀ ਸੀਐਮ ਦੀ ਗੱਲ, ਕੀ ਗੱਲਬਾਤ ਹੋਈ, ਕੀ ਕਨਵਰਸੇਸ਼ਨ ਹੋਈ, ਉਹ ਗੱਲ ਤੇ ਥੋੜੀ ਬਹੁਤੀ ਕਲੈਰਿਟੀ ਆਈ? ਬਿਲਕੁਲ ਆਈ ਜੀ ਕਲੈਰਿਟੀ। ਉਹਨਾਂ ਨੇ ਜਿਹੜੀ ਡੀਜੀਪੀ ਨੇ ਜਿਹੜੀ ਚਿੱਠੀ ਲਿਖੀ ਹੈ, ਉਹਦੇ 'ਚ ਮੈਨੂੰ ਲਿਖਿਆ ਹੈ ਕਿ ਰਾਤ ਨੂੰ 2 ਵਜੇ ਚੀਫ ਮਿਨਿਸਟਰ ਦਾ ਮੈਨੂੰ ਫੋਨ ਆਇਆ, ਉਹਨਾਂ ਨੇ ਪੁੱਛਿਆ ਵੀ ਉੱਥੇ ਕੀ ਹਾਲਾਤ ਨੇ ਔਰ ਤੂੰ ਕੀ ਕਰ ਰਿਹਾ। ਤੋ ਫਰਜ਼ ਬਣਦਾ ਸੀ ਕਿ ਡੀਜੀਪੀ ਅੱਗੇ ਦੱਸੇ ਉਹਨੂੰ। ਫਿਰ ਮੈਂ ਹੋਰ ਸੰਬੰਧ ਕੀਤਾ ਸੀ ਕਿ ਆ ਕੇ ਦੱਸੋ, ਕਲੈਰੀਫਾਈ ਕਰੋ ਇਸ ਗੱਲ ਨੂੰ। ਇਹ ਫਰਜ਼ ਬਣਦਾ ਸੀ ਡੀਜੀਪੀ ਦਾ ਕਿ ਆ ਕੇ ਦੱਸਦਾ ਕਿ ਉਹਨੇ ਕੀ ਰਿਪੋਰਟ ਦਿੱਤੀ ਚੀਫ ਮਿਨਿਸਟਰ ਨੂੰ ਔਰ ਕੀ ਕਿਹਾ ਕਿ ਮੈਂ ਕੀ ਐਕਸ਼ਨ ਲੈ ਰਿਹਾ। ਓਬਵੀਅਸਲੀ ਜਦੋਂ ਇਹ ਚੀਫ ਮਿਨਿਸਟਰ ਪੁੱਛਦਾ ਹੈ ਤੇ ਇਹਨਾਂ ਨੇ ਕੋਈ ਜਵਾਬ ਤੇ ਦਿੱਤਾ ਹੋਏਗਾ, ਜਾਂ ਇਹ ਚੀਫ ਮਿਨਿਸਟਰ ਸਾਹਿਬ ਦੱਸ ਸਕਦੇ ਸੀ ਆ ਕੇ ਕਿ ਜੀ ਮੇਰੀ ਉਹ ਮੰਨਦੇ ਨੇ ਕਿ ਮੇਰੀ ਗੱਲਬਾਤ ਹੋਈ ਹੈ, ਪਰ ਉਹ ਕਹਿੰਦੇ ਨੇ ਜੀ ਮੈਂ ਕੋਈ ਹੁਕਮ ਨਹੀਂ ਦਿੱਤਾ। ਇਹ ਗੱਲ ਨਹੀਂ ਹੈ। ਉਹਨੇ ਜਦੋਂ ਦੱਸਿਆ ਵੀ ਹਾਲਾਤ ਇਹ ਨੇ ਤੇ ਮੈਂ ਆ ਕਰ ਰਿਹਾ, ਤੇ ਫਿਰ ਜੇ ਉਹਨਾਂ ਨੇ ਡੀਸੀ ਨੂੰ ਕਿਹਾ ਕਿ ਤੁਸੀਂ ਡੀਜੀਪੀ ਨਾਲ ਗੱਲ ਕਰੋ, ਤੇ ਓਬਵੀਅਸਲੀ ਜੋ ਡੀਜੀਪੀ ਨੇ ਉਹਨਾਂ ਨੂੰ ਚੀਫ ਮਿਨਿਸਟਰ ਨੂੰ ਦੱਸਿਆ, ਉਹ ਉਹਨਾਂ ਨਾਲ ਸਹਿਮਤੀ ਸੀ ਉਹਨਾਂ ਦੀ, ਤਾਂ ਹੀ ਉਹਨਾਂ ਨੇ ਕਿਹਾ ਨਾ ਡੀਸੀ ਨੂੰ ਵੀ ਡੀਜੀਪੀ ਨਾਲ ਗੱਲ ਕਰੋ। ਆਬਜੈਕਸ਼ਨ ਰੇਜ਼ ਨਹੀਂ ਹੋਈ, ਮਤਲਬ ਤੁਸੀਂ ਕਹਿ ਰਹੇ ਹੋ ਆਬਜੈਕਸ਼ਨ ਰੇਜ਼ ਨਹੀਂ ਹੋਈ, ਤਾਂ ਓਬਵੀਅਸਲੀ ਫਿਰ ਜਿਹੜੇ ਕਨਸੀਕੁਐਂਸਸ ਨੇ ਉਹਦੀ ਰਿਸਪੌਂਸਿਬਿਲਿਟੀ ਤਾਂ ਪਿਨ ਡਾਊਨ ਇਸ ਤਰ੍ਹਾਂ ਹੀ ਹੁੰਦੀ ਹੈ ਨਾ। ਹੋਰ ਕੋਈ ਆ ਕੇ ਅਕਿਊਜ਼ ਜਾਂ ਜੋ ਵੀ ਜਿਹੜਾ ਜ਼ਿੰਮੇਵਾਰ ਹੁੰਦਾ ਹੈ, ਉਹ ਆ ਕੇ ਆਪਣੇ ਆਪ ਆ ਕੇ ਤਾਂ ਨਹੀਂ ਕਹਿੰਦਾ ਜੀ ਮੈਂ ਉਹ ਹੁਕਮ ਦਿੱਤਾ ਜਾਂ ਮੈਂ ਗੋਲੀ ਚਲਾਉਣ ਦਾ ਹੁਕਮ ਦਿੱਤਾ। ਇਹ ਤੇ ਕਨਸੀਕੁਐਂਸਸ ਜਿਹੜੇ ਨੇ ਇਹ ਸੋਚਣੇ ਚਾਹੀਦੇ ਸੀ, ਕਿਉਂਕਿ ਉੱਥੇ ਕੋਈ ਕਾਰਨ ਨਹੀਂ ਸੀ ਬਣਦਾ ਉਹਨਾਂ ਨੂੰ ਉਠਾਇਆ ਜਾਵੇ ਉੱਥੋਂ। ਉਹ ਪੀਸਫੁਲੀ ਬੈਠੇ ਸੀ, ਪਾਠ ਕਰ ਰਹੇ ਸੀ। ਸਿਮਿਲਰਲੀ ਬਹਿਬਲ ਕਲਾਂ ਤੇ ਸਾਰਾ 100-150 ਬੰਦਾ ਸੀ, ਉਹ ਡਿੰਕ ਰੋਡ ਤੇ ਬੈਠੇ ਸੀ। ਉਹਨਾਂ ਨੂੰ ਜਾ ਕੇ ਠੁੱਡੇ ਮਾਰਨਾ ਜਾਂ ਉਹਨਾਂ ਨੂੰ ਕਹਿਣਾ ਤੁਸੀਂ ਇੱਥੋਂ ਉੱਠ ਜਾਓ, ਅਸੀਂ ਬਹਿਣ ਨਹੀਂ ਦੇਣਾ ਤੁਹਾਨੂੰ, ਇਹ ਤਾਂ ਬਿਲਕੁਲ ਅਨਜਸਟੀਫਾਈਡ ਸੀ। ਫਿਰ ਇੰਨੀ ਅੰਧਾਧੁੰਦ ਫਾਇਰਿੰਗ ਕਰਨੀ, ਉੱਥੇ 2 ਬੰਦੇ ਮਾਰ ਦੇਣੇ, 5-7 ਨੂੰ ਜ਼ਖਮੀ ਕਰ ਦੇਣਾ ਗੋਲੀ ਨਾਲ, ਔਰ ਉੱਥੋਂ ਕਈ ਉੱਥੇ ਖੋਖੇ ਮਿਲੇ ਉਸ ਜਗ੍ਹਾ ਤੋਂ ਉੱਤੋਂ। ਹਾਂਜੀ, ਫਿਰ ਉਹਨੂੰ 1.5-2 ਸਾਲ ਫਿਰ ਕੋਈ ਐਕਸ਼ਨ ਨਹੀਂ ਲੈਣਾ। ਕਿਉਂ ਜੀ?
ਜੇ ਫਰਜ਼ ਕਰੋ ਜੇ ਹੋ ਵੀ ਗਈ ਸੀ, ਜੇ ਪੁਲਿਸ ਨੇ ਇਜਾਜ਼ਤੀ ਕਰ ਵੀ ਦਿੱਤੀ ਸੀ, ਸਮਝਦੇ ਹੋ ਕਿ ਵੀ ਐਡਮਿਨਿਸਟ੍ਰੇਸ਼ਨ ਜ਼ਿੰਮੇਵਾਰ ਨਹੀਂ ਸੀ ਉਸ ਵੇਲੇ ਦੀ, ਤਾਂ ਫਿਰ ਐਕਸ਼ਨ ਹੋਣਾ ਚਾਹੀਦਾ ਸੀ ਨਾ। ਉਹ ਜਿਹੜੇ ਜ਼ਿੰਮੇਵਾਰ ਜਿਨ੍ਹਾਂ ਨੇ ਗੋਲੀ ਚਲਾ ਕੇ ਬੰਦੇ ਮਾਰੇ, ਉਹ ਤਾਂ 1.5 ਸਾਲ ਜਿੰਨਾ ਸਾਲ ਜਾਂ ਪੌਣੇ 2 ਸਾਲ ਜਿਹੜੀ ਗਵਰਨਮੈਂਟ ਰਹੀ ਹੈ, ਉਹਨਾਂ ਦਾ ਕੋਈ ਈਵਨ ਇਨਵੈਸਟੀਗੇਸ਼ਨ ਜਿਹੜੀ ਹੈ ਨਾ 1 ਇੰਚ ਵੀ ਅੱਗੇ ਨਹੀਂ ਚੱਲੀ ਸੀ। ਔਰ ਕੌਨਸੀਕੁਐਂਟਲੀ ਜਿਹੜੀਆਂ ਜਦੋਂ ਮੇਰੀ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੈ ਉਹ 5 ਸਾਲ ਹੋ ਗਿਆ, ਅਜੇ ਵੀ ਚੱਲੀ ਜਾ ਰਹੀਆਂ ਨੇ। ਤੇ ਕੀ ਕਹਿ ਸਕਦੇ ਹੋ ਤੁਸੀਂ ਇਹਨਾਂ ਗੱਲਾਂ ਬਾਰੇ? ਜਸਟਿਸ ਤਾਂ ਡਿਨਾਈ ਹੋਇਆ ਹੀ ਹੈ ਨਾ ਲੋਕਾਂ ਨੂੰ। ਇਨਸਾਫ ਦੀ ਗੱਲ ਤੁਸੀਂ ਕਰ ਰਹੇ ਹੋ, ਜਸਟਿਸ ਡਿਨਾਈ, ਕੀ ਕਾਰਨ ਲੱਗ ਰਿਹਾ ਦੋਨੋਂ ਸਰਕਾਰਾਂ? ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੇਲੇ ਵੀ ਤੁਸੀਂ ਕਹਿ ਰਹੇ ਹੋ ਵੀ ਨਹੀਂ, ਉਹਨਾਂ ਨੇ 1 ਵੀ ਇੰਚ ਇਨਵੈਸਟੀਗੇਸ਼ਨ ਨਹੀਂ ਛੇੜੀ ਜਾਂ ਅੱਗੇ ਨਹੀਂ ਲੈ ਕੇ ਗਏ। ਫਿਰ ਤੁਹਾਡੀ ਰਿਪੋਰਟ ਆਈ, ਇਨਕੁਆਇਰੀ ਰਿਪੋਰਟ ਦੀ ਸਬਮਿਟ ਕੀਤੀ ਕੈਪਟਨ ਅਮਰਿੰਦਰ ਸਿੰਘ ਨੂੰ, 5 ਸਾਲ ਕਾਂਗਰਸ ਦੀ ਸਰਕਾਰ ਰਹਿੰਦੀ ਹੈ, ਉਦੋਂ ਵੀ ਕੁਝ ਨਹੀਂ ਹੁੰਦਾ। ਤੁਸੀਂ ਕੀ ਸਮਝਦੇ ਹੋ ਕੀ ਕਾਰਨ ਰਿਹਾ? ਤੁਸੀਂ ਸਿਸਟਮ ਦੇ ਵਿੱਚ ਰਹੇ ਹੋ, ਰਿਪੋਰਟਾਂ ਦੇਖੀਆਂ, ਸਾਰੇ ਮਸਲੇ ਨੂੰ ਜਾਣਦੇ ਹੋ, ਕੀ ਕਾਰਨ ਹੈ? ਦੇਖੋ ਜੀ, ਇਹਦੇ 'ਚ ਨਾ ਇੱਕ ਕਾਰਨ ਕੋਈ ਨਹੀਂ ਐਟਰੀਬਿਊਟ ਹੋ ਸਕਦਾ। ਕੁਝ ਗਵਰਨਮੈਂਟ ਦੀ ਲਥਾਰਜੀ ਨੂੰ ਕਿਹਾ ਜਾ ਸਕਦਾ ਹੈ, ਦੋਨਾਂ ਗਵਰਨਮੈਂਟ ਦੀ ਲਥਾਰਜੀ ਨੂੰ ਕਿਹਾ ਜਾ ਸਕਦਾ ਹੈ। ਮੈਂ ਸਮਝਦਾ ਹੈ ਕਿ ਜੇ ਲਾਅ ਦੇ ਮੁਤਾਬਿਕ 90 ਦਿਨ ਦਿੱਤੇ ਗਏ ਨੇ ਪੁਲਿਸ ਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਨ ਲਈ, ਤੇ ਇਸ ਕੇਸ ਦੇ ਵਿੱਚ ਜਿੱਥੇ ਇੱਕ ਫੈਕਟ ਫਾਈਂਡਿੰਗ ਬੋਡੀ ਪਹਿਲਾਂ ਕੁਝ ਪਤਾ ਕਰ ਚੁੱਕੀ ਹੋਵੇ, ਤਾਂ ਮੇਰੇ ਖਿਆਲ 'ਚ 90 ਜਾਂ ਕੁਝ ਹੋਰ ਸਮਾਂ ਤੋਂ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ ਸੀ ਉਹਨਾਂ ਨੂੰ, ਪੁਲਿਸ ਨੂੰ ਇਨਵੈਸਟੀਗੇਸ਼ਨ ਕੰਪਲੀਟ ਤੇ ਕੰਕਲੂਡ ਕਰਨ ਲਈ। ਦੂਜੀ ਇਹ ਗੱਲ ਕਿ ਹਾਂ, ਕਿਸੇ ਹੱਦ ਤੱਕ ਇਹ ਰਿਪੋਰਟ ਵੀ ਚੈਲੰਜ ਹੋਈ ਜਾਂ ਜੋ ਕੁਝ ਵੀ ਐਕਸ਼ਨ ਪੁਲਿਸ ਦਾ ਸੀ ਉਹ ਕੋਰਟਾਂ ਵਿੱਚ ਵੀ ਚੈਲੰਜ ਹੁੰਦਾ ਰਿਹਾ। ਇਨੀਸ਼ੀਅਲੀ ਕੋਈ ਸਟੇ ਵੀ ਦਿੱਤੇ ਗਏ, ਫਿਰ ਸਟੇ ਵਿਕੇਟ ਵੀ ਹੋਏ, ਫਿਰ ਤੁਸੀਂ ਦੱਸੋ ਨਾ, ਉਹ ਕੇਸ ਹਾਈ ਕੋਰਟ ਦੇ ਵਿੱਚ ਵੀ ਲੜੇ ਗਏ, ਫਿਰ ਸੁਪਰੀਮ ਕੋਰਟ ਤੱਕ ਲੈ ਕੇ ਗਏ। ਫਿਰ ਉਹਨਾਂ ਨੂੰ ਜੇ ਇੱਕ ਕੋਈ ਫੈਸਲਾ ਹੋ ਜਾਂਦਾ ਸੀ ਤੇ ਦੂਜੇ ਵੱਲੋਂ ਕੋਈ ਕੇਸ ਪਾ ਦਿੱਤਾ ਜਾਂਦਾ ਸੀ। ਔਰ ਬੜੇ ਬੜੇ ਨਾਮੀ ਵਕੀਲ ਲਿਆਂਦੇ ਗਏ, ਉਹਨਾਂ 'ਚ ਬਹੁਤ ਪੈਸਾ ਲੱਗਦਾ ਹੈ। ਤੇ ਆਮ ਆਦਮੀ ਇੱਕ ਜਿਹੜਾ SHO ਹੈ ਜਾਂ ਕੋਈ ਕਾਂਸਟੇਬਲ ਹੈ, ਉਹਦੀ ਤੇ ਸਮਰੱਥਾ ਤੋਂ ਬਾਹਰ ਸੀ ਸਾਰਾ ਕੁਝ। ਇਹਦਾ ਮਤਲਬ ਕੁਝ ਨਾ ਕੁਝ ਫੋਰਸ ਦਾ ਉਹਦੇ ਪਿੱਛੇ ਪਲੇ ਕਰ ਰਹੀ ਸੀ ਨਾ ਇਸ ਕੇਸਾਂ ਦੇ ਪਿੱਛੇ। ਤਾਂ ਕੋਰਟ ਨੇ ਡਿਲੇ ਸੀ, ਸੌਰੀ ਤੁਹਾਨੂੰ ਟੋਕ ਰਿਹਾ, ਪਰ ਜਿਹੜਾ ਡਿਲੇ ਸਾਨੂੰ ਉਹ ਵੀ ਲੱਗਦਾ ਉਹਦੇ ਪਿੱਛੇ ਵੀ ਇੰਟੈਂਸ਼ਨ ਸੀਗੀ ਸਰਕਾਰ ਵੱਲੋਂ ਵੀ ਡਿਲੇ ਕੀਤਾ ਜਾਵੇ ਜਾਂ ਕਿਸੇ ਵੱਲੋਂ ਵੀ ਡਿਲੇ ਹੋਵੇ ਮੈਟਰ ਜਿੰਨਾ ਹੋ ਸਕਦਾ। ਨਹੀਂ, ਮੈਂ ਐਸਾ ਨਹੀਂ ਕਹਿ ਸਕਦਾ। ਕੁਝ ਕੋਰਟ ਕਚਹਿਰੀਆਂ ਦੀ ਇੰਟਰਫੇਰੈਂਸ, ਕੁਝ ਜਿਹੜੇ ਗਵਰਨਮੈਂਟ ਦਾ ਕਹਿ ਸਕਦੇ ਹੋ ਤੁਸੀਂ ਕਿ ਪੂਰੀ ਸੀਰੀਅਸਨੈਸ ਨਾਲ ਉਹਨੂੰ ਮਤਲਬ ਦੇਖਣਾ ਚਾਹੀਦਾ ਸੀ, ਸਾਰਾ ਕਰਨਾ ਚਾਹੀਦਾ ਸੀ। ਉਹਨੂੰ ਦੇਖਣਾ ਚਾਹੀਦਾ ਸੀ ਕਿ ਜਿਹੜਾ ਇਹਦੇ 'ਚ ਛੇਤੀ ਤੋਂ ਛੇਤੀ ਇਹਨੂੰ ਕਾਮਯਾਬੀ ਵੱਲ ਲਿਆਂਦਾ ਜਾਵੇ ਜਾਂ ਇਨਵੈਸਟੀਗੇਸ਼ਨ ਕੰਪਲੀਸ਼ਨ ਵੱਲ ਲਿਆਂਦਾ ਜਾਵੇ। ਤਾਂ ਸਾਰਾ ਰਲ ਮਿਲ ਕੇ ਇਹ ਕਾਰਨ ਹੋਇਆ ਇਹ ਡਿਲੇ ਜਿਹੜਾ ਇੰਨਾ ਸਾਲ ਹੋ ਗਿਆ। 7 ਸਾਲ ਇਨਵੈਸਟੀਗੇਸ਼ਨ ਚੱਲਦੀ ਰਹੇ ਕਿਸੇ ਕੇਸ ਦੀ, ਉਹਦੇ 'ਚੋਂ ਕੀ ਨਿਕਲੂਗਾ ਹੁਣ? ਪਰ ਹਜੇ ਵੀ ਲੋਕ ਤਾਂ ਆਸ ਕਰ ਰਹੇ ਆ, ਪੋਲੀਟੀਕਲ ਸਿਆਸੀ ਮੁੱਦਾ ਵੀ ਬਹੁਤ ਭਖਿਆ ਹੋਇਆ ਬਣਿਆ ਹੋਇਆ ਹੈ ਚੋਣਾਂ 'ਚ। ਤਾਂ ਤੁਹਾਨੂੰ ਲੱਗਦਾ ਵੀ ਜਸਟਿਸ ਮਿਲ ਪਾਊਗੀ ਕਿ ਇਸ ਮੁੱਦੇ ਦੇ ਉੱਤੇ, ਬੇਅਦਬੀ ਦੇ ਮੁੱਦੇ ਉੱਤੇ? ਮੈਂ ਤਾਂ ਨਾ ਉਮੀਦ ਹਾਂ। 7 ਸਾਲ ਬਾਅਦ ਦੇਖੋ ਨਾ ਜੀ, ਕੋਈ ਵੀ ਫੈਕਟ ਜਿਹੜੇ ਹੁੰਦੇ ਨੇ ਉਹ ਫੇਡ ਹੋ ਜਾਂਦੇ ਨੇ। ਲੋਕੀ ਕਈ ਇੰਪੋਰਟੈਂਟ ਵਿਟਨੈਸਿਸ ਦੀ ਡੈਥ ਹੋ ਚੁੱਕੀ ਹੈ, ਕੋਈ ਨੈਚੁਰਲ ਡੈਥ ਹੈ, ਕੋਈ ਪ੍ਰੈਸ਼ਰਾਈਜ਼ ਬੜਾ, ਪੁਲਿਸ ਦਾ ਪ੍ਰੈਸ਼ਰ ਬੜਾ ਹੁੰਦਾ ਹੈ ਇੱਕ ਆਰਡੀਨਰੀ ਬੰਦੇ ਦੇ ਉੱਤੇ ਗਵਾਹੀ ਦੇਣ ਦੇ ਉੱਤੇ। ਇਹ ਸਾਰੀਆਂ ਗੱਲਾਂ ਸਮਝਦੇ ਹੋਏ ਜੇ ਹੁਣ ਵੀ ਜੇ ਕੋਰਟ ਜਸਟਿਸ ਕਰ ਪਾਉਣ, ਜੇ ਕੋਈ ਪੁਲਿਸ ਇਨਸ਼ੋਰ ਕਰ ਪਾਏ ਕਿ ਜੀ ਉਹ ਇਨਵੈਸਟੀਗੇਸ਼ਨ ਕਿਸੇ ਸਟੇਜ ਤੇ ਆ ਜਾਏਗੀ, ਕੰਪਲੀਸ਼ਨ ਦੀ ਸਟੇਜ ਤੇ ਬੜਾ, ਮੈਂ ਸਮਝਾਂਗਾ ਇੱਕ ਬੜਾ ਮਾਰਕੇ ਵਾਲਾ ਕੰਮ ਹੋਊਗਾ। ਤੁਹਾਨੂੰ ਲੱਗਦਾ ਵੀ ਇਹ ਪੋਸੀਬਲ, ਇਹਦੀ ਜਿਹੜੀ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ? ਕਿਉਂਕਿ ਹਰ ਪਾਰਟੀ ਦਾਅਵਾ ਕਰ ਰਹੀ ਹੈ, ਚਾਹੇ ਭਾਜਪਾ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ। ਕਾਂਗਰਸ ਤਾਂ ਕਹਿ ਰਹੀ ਹੈ ਅਗਲੇ 5 ਸਾਲਾਂ 'ਚ ਅਸੀਂ ਕਰ ਦਿਆਂਗੇ, ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੀ ਕਹਿ ਰਹੇ ਅਸੀਂ ਕਰਾਂਗੇ, ਅਸੀਂ ਨਿਆਂ ਦੇਵਾਂਗੇ। ਤਾਂ ਤੁਹਾਨੂੰ ਲੱਗਦਾ ਵੀ ਇਹ ਸਾਰਾ ਪੋਲੀਟੀਕਲ ਹੀ ਹੈ, ਇਹਦੇ 'ਚ ਠੋਸ ਦਮ ਨਹੀਂ ਹੈਗਾ ਵੀ ਇਹ ਜਸਟਿਸ ਵੱਲ ਨਹੀਂ ਜਾਣਗੇ? ਮੈਨੂੰ ਨਹੀਂ ਲੱਗਦਾ ਕੋਈ ਇਸ ਗੱਲ। ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਦਾ ਇੱਕ, ਨਹੀਂ ਮੈਂ ਡਰਾਮਾ ਨਹੀਂ ਕਹਿੰਦਾ, ਮੈਂ ਇਹ ਕਹਿੰਦਾ ਕਿ ਮੈਂ ਤੁਹਾਨੂੰ ਇੱਕ ਫੈਕਟ ਦੱਸਦਾ। ਤੁਸੀਂ ਕਿਸੇ ਵੀ ਪੋਲੀਟੀਕਲ ਲੀਡਰ ਦੀ ਜਿਹੜੇ ਬੇਸਿਕਲੀ ਇੱਕ ਪੰਥਕ ਪਾਰਟੀ ਨੂੰ ਬਿਲੋਂਗ ਕਰਦੇ ਨੇ, ਤੁਸੀਂ ਕਦੀ ਉਹਨਾਂ ਨੂੰ ਸੁਣਿਆ ਹੈ ਕਿ ਉਹ ਇਹ ਕਹਿੰਦੇ ਹੋਣ ਕਿ ਜਿਹੜੇ ਬੰਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਕੋਰਟ ਕਚਹਿਰੀ 'ਚ ਖੜੇ ਕਰੋ? ਉਹ ਕਹਿੰਦੇ ਜਸਟਿਸ ਕਰਾਂਗੇ। ਕਿਹਦੇ ਖਿਲਾਫ ਕਰਾਂਗੇ ਜਸਟਿਸ? ਜੇ ਉਹ ਸਮਝਦੇ ਆ ਕਿ ਜੀ ਫਾਈਂਡਿੰਗ ਦੇ ਵਿੱਚ ਕਿ ਰਾਮ ਰਹੀਮ ਵੱਡੇ ਬੰਦੇ ਨਹੀਂ ਇਨਵੋਲਵਡ ਸੀ, ਕੌਣ ਇਨਵੋਲਵਡ ਸੀ? ਕਦੀ ਉਹਨਾਂ ਨੇ ਦੱਸਿਆ ਵੀ ਆ ਨਹੀਂ ਤੇ ਆ ਇਨਵੋਲਵਡ ਸੀ? ਤੇ ਕਿੱਥੋਂ ਐਕਸਪੈਕਟ ਕਰਦੇ ਤੁਸੀਂ ਜਸਟਿਸ ਨੂੰ? ਉਹਨਾਂ ਨੇ ਅੱਜ ਤੱਕ ਇਹ ਤੇ ਜ਼ਰੂਰ ਕਿਹਾ ਜੀ ਇਹ ਧੱਕਾ ਹੋ ਰਿਹਾ ਹੈ, ਜੀ ਇਹ ਹੋ ਰਿਹਾ, ਜੀ ਇਹ ਹੋ ਰਿਹਾ, ਉਹ ਹੋ ਰਿਹਾ, ਆਪਣਾ ਸਾਨੂੰ ਬਦਨਾਮ ਕੀਤਾ ਜਾ ਰਿਹਾ। ਪਰ ਉਹਨਾਂ ਨੇ ਕਦੀ ਇਹ ਕਿਹਾ ਕਿ ਕੌਣ ਜ਼ਿੰਮੇਵਾਰ ਹੈ ਤੇ ਉਹਨੂੰ ਉਹਦੇ ਖਿਲਾਫ ਐਕਸ਼ਨ ਹੋਣੇ ਚਾਹੀਦੇ? ਨਾਮ ਲਿਆ ਉਹਨਾਂ ਨੇ? ਕਦੀ ਕਿਸੇ ਨੇ ਨਹੀਂ ਲਿਆ, ਕੋਈ ਵੀ ਨਹੀਂ ਲੈਂਦਾ ਨਾਮ ਨੂੰ। ਇਹ ਵੋਟ ਬੈਂਕਸ ਪੋਲੀਟਿਕਸ ਨਹੀਂ ਤੇ ਹੋਰ ਕੀ ਹੈ? ਇਸ ਕਰਕੇ ਕਿੱਦਾਂ ਜਸਟਿਸ ਦੀ ਉਮੀਦ ਕਰ ਸਕਦੇ ਤੁਸੀਂ? ਮੈਨੂੰ ਤਾਂ ਲੱਗਦਾ ਨਹੀਂ। ਇੱਕ ਤੁਸੀਂ ਸ਼ਾਰਪ ਕਮੈਂਟਸ ਜੁਡੀਸ਼ਰੀ ਤੇ ਵੀ ਕੀਤੇ ਨੇ,
ਵੀ ਜੁਡੀਸ਼ਰੀ ਦੇ ਰੋਲ ਦੇ ਉੱਤੇ, ਸਾਰੇ ਦੇ ਉੱਤੇ, ਉਹਦੇ ਉੱਤੇ ਤੁਹਾਨੂੰ ਕੀ ਲੱਗਦਾ ਹੈਗਾ? ਕੀ ਜੁਡੀਸ਼ਰੀ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਖਾਸ ਕਰਕੇ ਜੋ ਬਲੈਂਕਟ ਬੇਲਾਂ ਦੀ ਗੱਲ ਹੁੰਦੀ ਹੈ, ਤੁਸੀਂ ਉਹਦੇ ਉੱਤੇ ਕਮੈਂਟ ਕੀਤਾ। ਹਾਂ ਬਿਲਕੁਲ, ਉਹ ਮੇਰੇ ਹਿਸਾਬ ਨਾਲ ਜੀ ਐਸਾ ਕੋਈ ਆਰਡਰ ਜਿਹੜਾ ਦਿੱਤਾ ਗਿਆ ਕੋਰਟ ਨੇ, ਹਾਈ ਕੋਰਟ ਨੇ ਦਿੱਤਾ ਸੀ, ਉਹ ਨਹੀਂ ਹੋ ਸਕਦਾ। ਤੁਸੀਂ ਬਲੈਂਕਟ ਬੇਲ, ਤਾਂ ਪਹਿਲੀ ਗੱਲ ਹੈ ਕਿ ਤੁਸੀਂ ਬਲੈਂਕਟ ਬੇਲ ਜਿਹੜੀ ਹੈ ਨਾ ਉਹ ਰੇਅਰ ਹੁੰਦੀ ਹੈ। ਤੁਸੀਂ ਬਲੈਂਕਟ ਬੇਲ ਦਾ ਮਤਲਬ ਹੁੰਦਾ ਵੀ ਕੋਈ ਵੀ offense ਜਿਹੜੀ ਕਦੀ ਰਜਿਸਟਰ ਹੋਵੇ, ਉਹ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਉਹ ਕੱਲ ਨੂੰ ਆ ਕੇ ਕਤਲ ਕਰਦੇ ਤੇ ਫਿਰ ਉਹਨੂੰ ਅਰੈਸਟ ਨਹੀਂ ਕਰੋਗੇ ਤੁਸੀਂ। ਕੀ ਐਸੀ ਬੇਲ ਕਦੀ ਨਹੀਂ ਲਾਅ ਦੇ ਮੁਤਾਬਿਕ। ਹਾਂ ਪਾਵਰ ਹੋ ਸਕਦੀ ਹੈ ਪਰ ਦਿੱਤੀ ਨਹੀਂ ਜਾਂਦੀ ਕਦੀ ਵੀ। ਡੀਜੀਪੀ ਸੁਮੇਧ ਸਿੰਘ ਸੈਣੀ ਦੇ ਜਿਹੜੇ ਕੇਸ ਦੀ ਗੱਲ ਕਰ ਰਹੇ ਆਪਾਂ, ਮੈਂ ਉਹ ਉਸ ਤੋਂ ਇਲਾਵਾ ਡੀਜੀਪੀ ਸੈਣੀ ਦੇ ਕੇਸ ਦੇ ਵਿੱਚ ਇੱਕ ਆਰਡਰ ਹੋਇਆ ਕਿ ਜੀ ਉਹਨੂੰ ਮਾਰਚ ਤੱਕ ਤੁਸੀਂ ਸੱਦ ਹੀ ਨਹੀਂ ਸਕਦੇ। ਐਸਾ ਆਰਡਰ ਤੇ ਮੇਰੇ ਹਿਸਾਬ ਨਾਲ ਬਿਯੋਂਡ ਦੀ ਪ੍ਰੀਵਿਊ ਆਫ ਲਾਅ ਹੈ। ਲਾਅ ਦੇ ਮੁਤਾਬਕ ਇਨਵੈਸਟੀਗੇਸ਼ਨ ਸਟੇ ਕਰ ਸਕਦੇ ਹੋ ਤੁਸੀਂ, ਪਰ ਇਨਵੈਸਟੀਗੇਸ਼ਨ ਇਹ ਨਹੀਂ ਕਹਿ ਸਕਦੇ ਕਿ ਇਨਵੈਸਟੀਗੇਸ਼ਨ ਜਾਰੀ ਹੈ ਤੇ ਤੁਸੀਂ ਇੱਕ ਬੰਦੇ ਨੂੰ ਸੱਦ ਨਹੀਂ ਸਕਦੇ ਮਾਰਚ ਤੱਕ, ਜਦ ਤੱਕ ਇਲੈਕਸ਼ਨਾਂ ਨਹੀਂ ਹੁੰਦੀਆਂ। ਇਹਦਾ ਕੀ ਲੌਜਿਕ ਸੀ? ਕੋਈ ਲੌਜਿਕ ਨਹੀਂ ਸੀ ਇਹਦਾ। ਇਹਦਾ ਆਰਡਰ ਇੱਕ ਅੱਛਾ, ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸੇ ਗਵਰਨਮੈਂਟ ਨੇ ਉਸ ਨੂੰ ਚੈਲੰਜ ਨਹੀਂ ਕੀਤਾ। ਉਹ ਆਰਡਰ ਐਟਲੀਸਟ, ਚਲੋ ਜੇ ਉਹ ਜੁਡੀਸ਼ਲੀ ਜੇ ਸਸਟੇਨੇਬਲ ਆਰਡਰ ਸੀ ਤੇ ਕਮ ਸੇ ਕਮ ਉਹਨੂੰ ਸੁਪਰੀਮ ਕੋਰਟ 'ਚ ਚੈਲੰਜ ਕਰਨਾ ਚਾਹੀਦਾ ਸੀ, ਤਾਂ ਕਿ ਲਾਅ ਸੈਟਲ ਹੋ ਜਾਂਦਾ ਵੀ ਐਸਾ ਆਰਡਰ ਹੋ ਸਕਦਾ ਕਿ ਨਹੀਂ ਹੋ ਸਕਦਾ। ਤੋ ਕੀ ਕਹਿ ਸਕਦੇ ਤੁਸੀਂ ਫਿਰ ਇਹਨਾਂ ਹਾਲਾਤ ਵਿੱਚ? ਕੀ ਕਹੋਗੇ ਤੁਸੀਂ? ਤਾਂ ਇਹ ਤੁਹਾਨੂੰ ਕੀ ਲੱਗਦਾ ਕਿਵੇਂ ਹੋਇਆ ਹੈਗਾ ਜਿਹੜੇ ਅਨਪ੍ਰੈਸੀਡੈਂਟ ਆਏ ਫੈਸਲਾ ਸੁਣਾਇਆ ਗਿਆ, ਜਿਵੇਂ ਤੁਸੀਂ ਕਹਿ ਰਹੇ ਹੋ, ਇਹਦੇ ਪਿੱਛੇ ਵੀ ਕੋਈ ਕਾਰਨ ਲੱਗਦਾ? ਮੈਂ ਕੀ ਕਹਿ ਸਕਦਾ ਜੀ, ਜੋ ਇਹ ਤਾਂ ਸੁਣਾਉਣ ਵਾਲਾ ਦੱਸ ਸਕਦਾ, ਜਾਂ ਜਿਨ੍ਹਾਂ ਨੇ ਸੁਣਵਾਇਆ, ਉਹ ਜਿਨ੍ਹਾਂ ਨੇ ਫੈਸਲਾ ਇਸ ਦਾ ਲਿਆ ਹੈ ਉਹ ਦੱਸ ਸਕਦੇ ਨੇ ਕਿ ਕੀ ਕਾਰਨ ਹੋ ਸਕਦਾ। ਪਰ ਮੈਂ ਤਾਂ ਇੰਨਾ ਹੀ ਕਹਿ ਸਕਦਾ ਕਿ ਐਸਾ ਆਰਡਰ ਨਾਰਮਲੀ ਐਕਸਪੈਕਟਡ ਨਹੀਂ ਹੈ। ਇਹ ਐਕਸਟਰਾਆਰਡਨਰੀ ਆਰਡਰ ਹੈ, ਹੋ ਨਹੀਂ ਸਕਦਾ ਮੇਰੇ ਵਿਚਾਰ ਨਾਲ। ਤੇ ਤੁਸੀਂ ਜਸਟਿਸ ਜੀ ਸਿੰਘ ਸਾਹਿਬ ਦੇ ਰੋਲਾਂ ਨੂੰ ਕਿਵੇਂ ਦੇਖਦੇ ਹੋ? ਜਿਹੜੇ ਜਥੇਦਾਰ ਨੇ, ਭਾਵ ਜਥੇਦਾਰ ਨੇ ਜਿਹੜੇ ਸਾਰੇ, ਉਹਨਾਂ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਬੇਅਦਬੀ ਦੀ ਘਟਨਾਵਾਂ 'ਚ? ਉਹਨਾਂ ਦਾ ਰੋਲ ਇੱਕ ਬਹੁਤ ਹੀ ਮੰਦਭਾਗਾ ਰਿਹਾ। ਉਹ ਬੜੇ ਸ਼ਖਸੀਅਤ ਨੇ ਸਿੱਖ ਸਮਾਜ ਦੇ ਵਿੱਚ, ਉਹਨਾਂ ਦਾ ਬੜਾ ਇੱਕ ਰੁਤਬਾ ਹੈ। ਉਹਨਾਂ ਨੇ ਜੋ ਕੁਝ ਵੀ ਇਹ ਕਾਰਵਾਈ ਕੀਤੀ ਪੋਲੀਟੀਕਲ ਪ੍ਰੈਸ਼ਰ 'ਚ ਆ ਕੇ, ਉਹਨਾਂ ਦੇ ਰੁਤਬੇ ਨੂੰ, ਅਕਾਲ ਤਖਤ ਦੇ ਜਥੇਦਾਰ ਦੇ ਰੁਤਬੇ ਨੂੰ ਬਹੁਤ ਵੱਡੀ ਢਾਸ ਲੱਗੀ ਹੈ। ਔਰ ਆਮ ਹੀ ਲੋਕਾਂ ਦੀ ਸ਼ਿਕਾਇਤ ਹੈ, ਮੇਰੀ ਵੀ ਐਜ਼ ਅ ਸਿੱਖ ਕਹਿ ਲਓ ਤੁਸੀਂ, ਸ਼ਿਕਾਇਤ ਹੋ ਸਕਦੀ ਹੈ ਕਿ ਜਿਹੜੀ ਇੰਸਟੀਟਿਊਸ਼ਨ ਲਾਈਕ SGPC ਹੈ ਜਾਂ ਅਕਾਲ ਤਖਤ ਹੈ, ਉਹਨਾਂ ਨੂੰ ਪੋਲਿਟਿਕਸ ਤੋਂ ਅਬਵ ਰੱਖਣਾ ਚਾਹੀਦਾ। ਉਹਨਾਂ ਨੂੰ ਪੋਲੀਟੀਕਲ ਏਮ ਲਈ ਯੂਜ਼ ਨਹੀਂ ਕਰਨਾ ਚਾਹੀਦਾ। ਤੇ ਲੇਟਲੀ ਤਾਂ ਇਹ ਦੋਨੇ ਅਦਾਰੇ ਜਿਹੜੇ ਨੇ, ਉਹਨਾਂ ਨੂੰ ਪੋਲੀਟੀਕਲੀ ਬੜਾ ਇਸਤੇਮਾਲ ਕੀਤਾ ਗਿਆ, ਜਿਹੜਾ ਬੜਾ ਮੰਦਭਾਗਾ ਹੈ। ਮੈਂ ਸਮਝਦਾ ਕਿ SGPC ਜੈਸਾ ਅਦਾਰਾ ਇੱਕ ਸਿੱਖ ਰਿਲੀਜਨ ਕੋਲ ਹੈ, ਹੋਰ ਕਿਸੇ ਦੇ ਵਰਲਡ ਦੇ ਕਿਸੇ ਰਿਲੀਜਨ ਕੋਲ ਐਸਾ ਕੋਈ ਨਹੀਂ ਹੈ ਕਿ ਜਿਹੜੀ ਰਿਲੀਜੀਅਸ ਅਫੇਅਰ ਇਲੈਕਟਡ ਬਾਡੀ ਇੱਕ ਗਵਰਨ ਕਰਦੀ ਹੋਵੇ। ਇੱਕ ਜਿਹੜੀ ਯੂਨੀਕਨੈਸ ਸੀ ਨਾ, ਉਹਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਹੈ। ਜੋ ਵੀ ਪੋਲੀਟੀਕਲ ਮਾਸਟਰਸ ਰਹੇ ਨੇ ਔਰ ਉਹਨਾਂ ਨੂੰ ਪੋਲੀਟੀਕਲ ਏਮ ਆਪਣਾ ਅਚੀਵ ਕਰਨ ਲਈ ਜਥੇਦਾਰ ਜਦੋਂ ਮਰਜ਼ੀ ਬਦਲ ਦਿਓ, ਜਥੇਦਾਰ ਜਦੋਂ ਮਰਜ਼ੀ ਲਾ ਦਿਓ, ਇਹ ਬੜਾ ਅਨਫੋਰਚੂਨੇਟ ਹੈ। ਇਹ ਨਹੀਂ ਹੋਣਾ ਚਾਹੀਦਾ ਸੀ। ਬਾਕੀ ਤਖਤਾਂ ਦੇ ਜਥੇਦਾਰਾਂ ਦੀ ਕੀ ਭੂਮਿਕਾ ਦੇਖਦੇ ਹੋ? ਅਕਾਲ ਤਖਤ ਤੋਂ ਇਲਾਵਾ ਜਿਹੜੇ ਬਾਕੀ 5 ਤਖਤ ਨੇ, ਉਹਨਾਂ ਦੀ ਭੂਮਿਕਾ ਨੂੰ ਕਿਵੇਂ ਦੇਖੋ ਜੀ, ਸਾਰੇ ਅਕਾਲ ਤਖਤ ਦੇ ਜਥੇਦਾਰਾਂ ਨੇ ਇਹ ਮਿਣ ਕੇ ਫੈਸਲਾ ਕੀਤਾ ਸੀ, ਮਾਫੀ ਦਾ ਵੀ, ਵਿਡਰੋਲ ਦਾ ਵੀ ਉਹਨਾਂ ਨੇ ਸਾਰਿਆਂ ਨੇ ਕੀਤਾ ਸੀ। ਤੇ ਮੇਰੇ ਹਿਸਾਬ ਨਾਲ ਗਿਆਨੀ ਗੁਰਮੁਖ ਸਿੰਘ ਪਹਿਲਾਂ ਤਾਂ ਜਸਟੀਫਾਈ ਕਰਦੇ ਰਹੇ ਮਾਫੀ ਨੂੰ, ਫਿਰ ਉਹਨਾਂ ਨੇ ਬਾਅਦ 'ਚ ਬਹੁਤ ਵੱਡੀ ਇੱਕ ਇੰਟਰਵਿਊ ਦਿੱਤੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੈਸ਼ਰ ਪਾਇਆ ਗਿਆ ਸੀ, ਸਾਰਾ ਕੁਝ ਮੈਂ ਸਾਰਾ ਕਿਤਾਬ 'ਚ ਲਿਖਿਆ। ਤਾਂ ਕੀ ਤੁਸੀਂ ਰੋਲ ਐਕਸਪੈਕਟ ਕਰਦੇ ਹੋ? ਫਿਰ ਉਹ ਤੀਸਰੀ ਵਾਰੀ ਫਿਰ ਪਲਟਾ ਖਾ ਜਾਂਦੇ ਨੇ ਜਦੋਂ ਵਾਪਸ ਉਹਨਾਂ ਨੂੰ ਅੰਮ੍ਰਿਤਸਰ ਲੈ ਆਂਦਾ ਤੇ ਆਪਣੇ ਭਰਾ ਕੋਲ ਉਹਨੂੰ ਫਿਰ ਬਿਆਨ ਦਵਾਤਾ ਕਿ ਜੀ ਮੈਨੂੰ ਫੋਰਸ ਕੀਤਾ ਗਿਆ। ਇਹ ਸਾਰੀਆਂ ਗੱਲਾਂ ਇਹ ਬਹੁਤ ਹੀ ਇੱਕ ਬੁਰੇ ਲਾਈਟ ਸ਼ੋਅ ਕਰਦੀਆਂ ਨੇ। ਐਡੇ ਵੱਡੇ ਜਿਹੜੇ ਪੁਲਪਿਟ ਤੇ ਬੈਠੇ ਨੇ, ਐਡੇ ਵੱਡੇ ਰਿਲੀਜੀਅਸ ਅਦਾਰਿਆਂ ਤੇ ਬੈਠੇ ਨੇ, ਉਹਨਾਂ ਦੇ ਕਿਰਦਾਰ ਦੇ ਉੱਤੇ ਬਹੁਤ ਸ਼ੰਕਾ ਪੈਦਾ ਕਰਦਾ, ਵਿਚ ਇਜ਼ ਵੈਰੀ ਅਨਫੋਰਚੂਨੇਟ। ਲੋਕਾਂ ਦਾ ਵੀ ਵਿਸ਼ਵਾਸ ਛੁੱਟਦਾ, ਵਿਸ਼ਵਾਸਘਾਤ ਲੱਗਦਾ ਲੋਕਾਂ ਸਾਡੇ ਨਾਲ ਹੋ ਰਿਹਾ। ਬਿਲਕੁਲ ਬਿਲਕੁਲ, ਲੋਕਾਂ ਨੇ, ਮੈਂ ਸਮਝਦਾ ਹਾਂ ਕਿ ਅਕਾਲ ਤਖਤ ਦੀ ਗਰਿਮਾ ਨੂੰ ਬਹੁਤ ਫਰਕ ਪਿਆ, ਬਾਕੀ ਤਖਤਾਂ ਦੀ ਗਰਿਮਾ ਨੂੰ ਵੀ ਬਹੁਤ ਫਰਕ ਪਿਆ। ਲੋਕੀ ਐਜੀਟੇਟਿਡ ਸੀ। ਮੈਨੂੰ ਯਾਦ ਹੈ ਕਿ ਇੱਕ ਮੈਂ ਇਨਸੀਡੈਂਟ ਲਿਖਿਆ ਹੈ, ਅਨੰਦਪੁਰ ਸਾਹਿਬ ਦੇ ਜਿਹੜੇ ਜਥੇਦਾਰ ਸੀ ਉਸ ਵੇਲੇ ਦੇ, ਉਹਨੂੰ ਇੱਕ ਸਿੱਖ ਨੇ ਅਟੈਕ ਕੀਤਾ ਸੀ ਔਰ ਉਹਨੂੰ ਪਕੜ ਲਿਆ ਗਿਆ। ਉਹਨਾਂ ਨੇ ਮਤਲਬ ਆਈ ਥਿੰਕ ਹੀ ਵਾਸ ਇੰਜਰਡ ਐਟ ਹਿਸ ਲੈਗ। ਤਾਂ ਲੋਕਾਂ ਦਾ ਗੁੱਸਾ ਦੇਖੋ ਨਾ ਇੱਥੋਂ ਤੱਕ ਚਲਾ ਗਿਆ ਕਿ ਉਹਨਾਂ ਨੇ ਦੇਖਿਆ ਵੀ ਤੁਸੀਂ ਕਿਉਂ ਇਹੋ ਜਿਹਾ ਕੰਮ ਕੀਤਾ, ਕਿਉਂ ਮਾਫੀ ਦਿੱਤੀ। ਤਾਂ ਗਰਿਮਾ 'ਚ ਫਰਕ ਤੇ ਪਿਆ ਹੀ ਹੈ ਸਾਰੇ ਨੇ। ਜੋ ਲੋਕਾਂ ਤੇ ਅਸਰ ਹੋਇਆ ਜਾਂ ਅਸਰ ਹੈ ਹੁਣ ਤੱਕ, ਉਹ ਵੀ ਬੁੱਕ 'ਚ ਸ਼ਾਮਿਲ ਹੈ। ਉਹਦੇ ਉੱਤੇ ਵੀ ਥੋੜਾ ਚਾਨਣ ਪਾਇਆ ਗਿਆ ਵੀ ਲੋਕ ਕੀ ਹਜੇ ਮਹਿਸੂਸ ਕਰ ਰਹੇ ਆ ਵੀ ਇੰਸੀਡੈਂਟ ਤੋਂ ਬਾਅਦ ਤੇ ਹੁਣ ਜਦੋਂ ਤੱਕ ਇੰਸੀਡੈਂਟ ਦੇ ਉੱਤੇ ਜਿਹੜੀ ਸਾਰੇ ਘਟਨਾਵਾਂ ਦੇ ਉੱਤੇ ਜਸਟਿਸ ਨਹੀਂ ਮਿਲੀ, ਹੁਣ ਕੀ ਮਹਿਸੂਸ, ਉਹਦੇ ਉੱਤੇ ਵੇਰਵਾ ਦਿੱਤਾ ਗਿਆ।
ਦੇਖੋ ਮੈਂ ਉਹਨੂੰ ਮੈਂਸ਼ਨ ਕੀਤਾ ਕਿ ਮੈਂ ਲੋਕਾਂ ਦੇ ਸੈਂਟੀਮੈਂਟ ਦੇਖੋ ਮੇਰੇ ਕੋਈ ਐਸੇ ਕੋਈ ਮੇਰੇ ਕੋਲ ਜ਼ਰੀਆ ਨਹੀਂ ਸੀ ਕਿ ਮੈਂ ਲੋਕਾਂ ਦੇ ਜਾ ਸਕਦਾ ਜਾਂ ਉਹਨਾਂ ਨੂੰ ਪੁੱਛ ਸਕਦਾ ਵੀ ਕੀ ਮਹਿਸੂਸ ਕਰਦੇ ਨੇ ਬੇਸਿਕਲੀ ਤਾਂ ਜੋ ਪਬਲਿਕ ਡੋਮੇਨ 'ਚ ਅਵੇਲੇਬਲ ਮਟੀਰੀਅਲ ਅਵੇਲੇਬਲ ਸੀਗਾ ਉਹਨੂੰ ਜ਼ਰੂਰ ਮੈਂਸ਼ਨ ਕੀਤਾ ਹੈ ਕਿ ਜਿਸ ਹਿਸਾਬ ਨਾਲ ਐਜੀਟੇਸ਼ਨ ਹੋਈਆਂ ਜਦੋਂ ਮਾਫੀਨਾਮਾ ਹੋਇਆ ਕਿਸ ਹਿਸਾਬ ਨਾਲ ਵਾਪਸ ਹੋਈਆਂ ਸਰਬੱਤ ਖਾਲਸਾ ਹੋਇਆ ਉਹਦਾ ਸਾਰਾ ਵਰਣਨ ਮੈਂ ਆਪਣੀ ਕਿਤਾਬ 'ਚ ਕੀਤਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਜਸਟਿਸ ਸਾਹਿਬ। ਤਾਂ ਜਸਟਿਸ ਰਣਜੀਤ ਸਿੰਘ ਜੀ ਨੇ ਕਿਤਾਬ ਆਈ ਹੈ ਦ ਸੈਕਰੇਲੇਜ, ਉਹ 'ਚ ਕੀ ਤੱਥ ਪੇਸ਼ ਕੀਤੇ ਗਏ ਨੇ, ਨਵੇਂ ਤੱਥ ਵੀ ਕਿਹੜੇ ਕਿਹੜੇ ਰੱਖੇ ਗਏ ਨੇ, ਉਹ ਵੀ ਸਭ ਕੁਝ ਦੱਸਿਆ ਗਿਆ। ਨਾਲ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ, ਉਹ ਸ਼ੁਰੂ ਤੋਂ ਇਸ ਚੀਜ਼ ਦੀ ਇਨਕੁਆਇਰੀ ਕਰ ਰਹੇ ਨੇ, ਕਮਿਸ਼ਨ ਵੀ ਦੇਖਿਆ, ਕਿਤਾਬ ਵੀ ਲਿਖੀ ਹੈ, ਸਾਰੀਆਂ ਚੀਜ਼ਾਂ ਉਹਨਾਂ ਨੇ ਬਿਆਨ ਆਪ ਵੀ ਸੁਣੇ ਨੇ, ਲਿਖਵਾਏ ਨੇ, ਰਿਪੋਰਟ ਪੇਸ਼ ਕੀਤੀ ਹੈ। ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਉਮੀਦ ਨਹੀਂ ਹੈ ਵੀ ਇਸ ਮਸਲੇ ਦੇ ਉੱਤੇ ਇਨਸਾਫ ਹੋ ਪਾਊਗਾ ਤੇ ਇਸ ਨਾਲ ਲੋਕਾਂ ਦੀ ਨਿਰਾਸ਼ਾ ਹੈ ਜਿਹੜੀ ਉਹ ਹੋਰ ਵਧੇਗੀ। ਜਿਹੜੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਮਹਿਜ਼ ਇੱਕ ਇਹਨੂੰ ਪੋਲੀਟੀਕਲ ਇਸ਼ੂ ਬਣਾ ਕੇ ਯੂਜ਼ ਕਰ ਰਹੀਆਂ ਨੇ, ਡਰਾਮਾ ਕਰ ਰਹੀਆਂ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।